ਚਰਨ ਸਰਣ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਚਰਨ ਸਰਣ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏ ਸ਼ਰਵਣੋ ਮੇਰਿਓ ਸਾਚੈ ਸੁਨਣੈ ਨੋ ਪਠਾਏ, ਸਾਚੈ ਸੁਨਣੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਲਖ ਬਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਨਣੈ ਨੋ ਪਠਾਏ। ਹਰ ਜਿਉ ਗੁਫਾ ਅੰਦਰ ਰਖ ਕੇ ਬਾਜਾ ਪਵਨ ਬਜਾਇਆ, ਬਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਭ ਨਿਧ ਤਿਸਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰਿ ਪਿਆਰੈ ਜਿਉ ਗੁਫਾ ਅੰਦਰ ਰਖ ਕੇ ਬਾਜਾ ਪਵਨ ਬਜਾਇਆ, ਤਹਿ ਅਨੇਕ ਰੂਪ ਨਾਉ ਨਭ ਨਿਧ ਤਿਸਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰਿ ਪਿਆਰੈ ਜਿਉ ਗੁਫਾ ਅੰਦਰ ਰਖ ਕੇ ਬਾਜਾ ਪਵਨ ਬਜਾਇਆ। ਪਾਵਨ ਸਤਿਗੁਰਾਂ ਦੀ ਸਜੀ ਸਵਾਰੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਗਰੁੱਪ ਦੇ ਸੂਝਵਾਨ ਪਤਵੰਤੇ ਸਤਵੰਤੇ ਗੁਰਮੁਖ ਸੱਜਣੋ, ਆਪਣੀ ਹਕੀਰ ਬੁੱਧੀ ਦੁਆਰਾ ਅਗਲੀ ਵਿਚਾਰ ਆਨੰਦ ਸਾਹਿਬ 'ਚੋਂ ਹਾਜ਼ਰ ਹੈ। ਸਮਾਪਤੀ ਵੱਲ ਵੱਧ ਰਹੇ ਹਾਂ। ਕੱਲ੍ਹ ਨੂੰ ਸਮਾਪਤੀ ਵਿਚਾਰ ਦੀ ਹੋ ਜਾਏਗੀ। ਬਾਣੀ ਤਾਂ ਭਾਵੇਂ ਕਦੇ ਸਮਾਪਤ ਨਹੀਂ ਹੁੰਦੀ, ਪਰ ਆਪਣੀ ਵਿਚਾਰ ਤਾਂ ਕਿਤੇ ਨਾ ਕਿਤੇ ਸਮਾਪਤ ਹੋ ਜਾਂਦੀ ਹੈ। ਤੋ ਆਪ ਸਭ ਦੇ ਚਰਨਾਂ ਵਿੱਚ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਕੱਲ੍ਹ ਇੱਕ ਸ਼ਬਦ ਆਇਆ ਸੀ, ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਇੱਕ ਮਿੱਤਰ ਪਿਆਰੇ ਨੇ ਇਹਨੂੰ ਵੇਖਾਂ ਕਰਕੇ ਕਿਹਾ ਵੀ ਇਹ ਵੇਖਾਂ ਨਹੀਂ ਹੈ ਵੀ ਜਾਂ ਮੈਂ ਵੇਖਾਂ, ਮੈਂ ਵੇਖਦਾ ਹਾਂ। ਦੇਖੋ ਸਾਧ ਸੰਗਤ ਜੀ, ਵਿਆਕਰਨ ਦੀ ਕੁੰਡੀ ਹੈ। ਇਹ ਸਾਰੀ ਪੌੜੀ ਨੇਤਰਾਂ ਨੂੰ ਸੰਬੋਧਿਤ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਨੇਤਰਾਂ ਨੂੰ ਸਾਹਮਣੇ ਖੜਾ ਜਿੱਕਣ ਬੰਦਾ ਹੁੰਦਾ ਸੈਕਿੰਡ ਪਰਸਨ, ਉਸ ਤਰ੍ਹਾਂ ਸੰਬੋਧਨ ਕਰਿਆ ਹੋਇਆ। ਤੁਮ ਆਪਾਂ ਉਸੇ ਨੂੰ ਕਹਿੰਦੇ ਜਿਹੜਾ ਸਾਹਮਣੇ ਖੜਾ ਹੋਵੇ। ਤੋ ਅੱਖਾਂ ਨੂੰ ਵੀ ਸੈਕਿੰਡ ਪਰਸਨ 'ਚ ਸੰਬੋਧਨ ਹੈ। ਤੋ ਇਹ ਵੇਖਾਂ ਜਿਹੜਾ ਹੁੰਦਾ ਇਹ ਫਸਟ ਪਰਸਨ ਦੀ ਕਿਰਿਆ ਹੈ। ਇਸ ਕਰਕੇ ਇਹ ਵੇਖਾਂ ਨਹੀਂ ਹੋ ਸਕਦਾ, ਬਿੰਦੀ ਨਹੀਂ ਲੱਗਣੀ ਉਰੇ। ਵੇਖਾ, ਵੇਖਿਆ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਿਆ, ਇਹ ਮਤਲਬ ਹੈ ਇਹਦਾ। ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਤੋ ਚਲੋ ਸਮਝ ਆ ਜਾਂਦੀ ਹੈ ਹੌਲੀ ਹੌਲੀ। ਵਿਆਕਰਨ ਦੀ ਇਸੇ ਕਰਕੇ ਮਹਾਨਤਾ ਇੰਨੀ ਗੁਰੂ ਸਾਹਿਬ ਨੇ ਪਾਈ ਹੋਈ ਹੈ ਵਿੱਚ, ਬਈ ਗੁਰਬਾਣੀ ਦਾ ਇੱਕ ਤੋਂ ਦੂਜਾ ਅਰਥ ਨਾ ਕਿਤੇ ਹੋ ਜਾਏ। ਪਰਮਾਤਮਾ ਵੀ ਇੱਕ ਹੈ, ਗੁਰੂ ਵੀ ਇੱਕ ਹੈ। ਪਰਮਾਤਮਾ ਹੀ ਗੁਰੂ ਹੈ ਅਸਲ ਵਿੱਚ। ਤੋ ਏਕੇ ਤੋਂ ਬਿਨਾਂ ਦੂਜਾ ਅਰਥ ਹੋਣ ਦਾ ਕੋਈ ਮਤਲਬ ਹੀ ਨਹੀਂ ਹੈ ਬਾਣੀ ਦਾ। ਇਹੀ ਗੱਲ ਵਿਆਕਰਨ ਸਿਖਾਉਂਦਾ ਸਾਨੂੰ। ਇਹ ਸ਼ਰਵਣੋ ਮੇਰਿਓ ਸਾਚੈ ਸੁਨਣੈ ਨੋ ਪਠਾਏ। ਇਹ ਮੇਰੇ ਕੰਨੋ, ਤੁਸੀਂ ਸੱਚਾ ਸੁਣਨ ਵਾਸਤੇ ਲਾਏ ਹੋਏ ਆ ਪਰਮਾਤਮਾ ਨੇ। ਤੁਸੀਂ ਨਿੰਦਿਆ ਨਾ ਸੁਣੋ, ਤੁਸੀਂ ਹੋਰ ਕੁਛ ਨਾ ਸੁਣੋ, ਦੂਜਾ ਭਾਉ ਨਾ ਸੁਣੋ, ਕੇਵਲ ਸੱਚੇ ਨੂੰ ਸੁਣੋ।
ਸੱਚੀ ਬਾਣੀ ਸੁਣੋ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਤ ਬਾਣੀ ਸੱਚੀ ਬਾਣੀ ਨੂੰ ਸੁਣੋ, ਨਾਮ ਨੂੰ ਸੁਣੋ। ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵੇਂ ਹਰ ਦੁਆਰ ਪਰਾਨੀ। ਹਰੀ ਦੇ ਸਿਮਰਨ ਨੂੰ ਕੰਨਾਂ ਨਾਲ ਸੁਣੋ, ਧਿਆਨ ਰੱਖੋ ਵਿੱਚ। ਇਸੇ ਤਰ੍ਹਾਂ ਬਾਣੀ ਨੂੰ ਸੁਣੋ। ਇਸ ਕਰਕੇ ਤੁਸੀਂ ਲਾਏ ਹੋਏ ਆ, ਤੁਸੀਂ ਹੋਰ ਪਾਸੇ ਲੱਗ ਗਏ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ। ਜਿਸ ਸਤ ਬਾਣੀ ਦੇ ਸੁਣਨੇ ਦੇ ਨਾਲ ਮਨ ਤਨ ਹਰਾ ਹੋ ਜਾਂਦਾ, ਸੁੱਕਿਆ ਹੋਇਆ ਬੂਟਾ ਹਰਾ ਹੋ ਜਾਂਦਾ। ਆਪਾਂ ਨਾਮ ਤੋਂ ਟੁੱਟ ਕੇ ਸਭ ਸੁੱਕੇ ਹੋਏ ਹਾਂ, ਸੁੱਕੇ ਹੋਏ ਤਲਾਬ ਦੀ ਤਰ੍ਹਾਂ ਹੈ। ਜੇ ਇਹਦੇ 'ਚ ਨਾਮ ਵਸ ਜੇ, ਗੁਰਬਾਣੀ ਵਸ ਜੇ ਅੰਦਰ, ਫਿਰ ਇਹ ਹਰਾ ਭਰਾ ਹੋ ਜਾਂਦਾ। ਔਰ ਜਿਹੜੀ ਸਾਡੀ ਰਸਨਾ ਹੈ ਉਹ ਰਸ ਦੇ ਨਾਲ ਭਰ ਜਾਂਦੀ ਹੈ। ਜਿਹੜੀ ਹੁਣ ਕੱਚ ਪਿੱਚ ਬੋਲਦੀ ਹੈ, ਝੂਠ ਬੋਲਦੀ ਹੈ, ਨਿੰਦਿਆ ਕਰਦੀ ਹੈ, ਹੋਰ ਕਿੰਨਾ ਕੁਛ ਅਸੱਤ ਕਹਿੰਦੀ ਹੈ, ਇਹ ਫਿਰ ਰਸ ਦੇ ਨਾਲ ਭਰ ਜਾਂਦੀ ਹੈ। ਸਿਵਾਏ ਉਸਤਤੀ ਤੋਂ ਫਿਰ ਦੂਜੀ ਗੱਲ ਰਹਿ ਨਹੀਂ ਜਾਂਦੀ ਇਹਦੇ ਕੋਲ ਕੋਈ। ਇਹਦੇ 'ਚ ਰਸ ਪੈਦਾ ਹੋ ਜਾਂਦਾ। ਸੱਚ ਅਲਖ ਬਿਜਾਣੀ, ਤਾਂ ਕੀ ਗਤ ਕਹੀ ਨਾ ਜਾਏ। ਉਹ ਅਚਰਜ ਪਰਮਾਤਮਾ ਸੱਚ ਹੈ, ਅਲਖ ਹੈ, ਉਹ ਮਿਲਦਾ ਨਹੀਂ ਇਸ ਤਰ੍ਹਾਂ। ਲੱਖ ਹੈਗਾ ਪਰ ਉਹ ਕਿਸੇ ਵਿਧੀ ਨਾਲ ਲੱਖ ਹੁੰਦਾ, ਸਤਿਗੁਰੂ ਤੋਂ ਮੈਂ ਟੁੱਟ ਕੇ। ਵੈਸੇ ਉਹ ਅਲੱਖ ਹੈ ਸੰਸਾਰ ਵਾਸਤੇ। ਜਿਵੇਂ ਉਹ ਅਕੱਥ ਵੀ ਹੈ, ਕਥਿਆ ਨਹੀਂ ਜਾ ਸਕਦਾ, ਪਰ ਸਤਿਗੁਰੂ ਦੇ ਨਾਲ ਜੁੜ ਕੇ ਕਥਿਆ ਵੀ ਜਾਂਦਾ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਣਾ ਹੁੰਦਾ। ਜਿਹੜਾ ਅਲੱਖ ਹੈ ਉਹ ਤ੍ਰੈਗੁਣੀਆਂ ਖੱਤਰ ਹੈ, ਅਕੱਥ ਹੈ ਤ੍ਰੈਗੁਣੀਆਂ ਖੱਤਰ ਹੈ। ਲੇਕਿਨ ਜਿਹੜੇ ਬੰਦੇ ਗੁਰੂ ਦੇ ਬਣ ਗਏ, ਗੁਰੂ ਅੰਦਰ ਤੋਂ ਉਹਨਾਂ ਨੇ ਮੰਨ ਲਿਆ, ਉਹਦੇ ਪਰ ਟੇਕ ਆ ਗਈ, ਪ੍ਰਤੀਤ ਆ ਗਈ, ਉਹਨਾਂ ਵਾਸਤੇ ਅਲੱਖ ਲਖਿਆ ਜਾਂਦਾ ਹੈ ਅਤੇ ਅਕੱਥ ਕਥਿਆ ਜਾਂਦਾ ਹੈ। ਤਾਂ ਕਿ ਗਤ ਕਹੀ ਨਾ ਜਾਏ। ਉਸ ਪਰਮਾਤਮਾ ਦੀ ਗਤ ਨਹੀਂ ਕਹੀ ਜਾ ਸਕਦੀ। ਕੋਈ ਉਹਨੂੰ ਪਾ ਨਹੀਂ ਸਕਦਾ, ਪਾ ਤਾਂ ਸਕਦੇ ਹਾਂ, ਕੋਈ ਉਹਦੇ ਵਰਗਾ ਨਹੀਂ ਹੋ ਸਕਦਾ, ਉਹਦਾ ਅੰਤ ਨਹੀਂ ਕੋਈ ਪਾ ਸਕਦਾ, ਉਹਦੇ ਵਿੱਚ ਸਮਾ ਸਕਦੇ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸੱਚੈ ਸੁਣਨੇ ਨੂੰ ਪਠਾਏ। ਪਾਤਸ਼ਾਹ ਫਰਮਾ ਰਹੇ ਤੀਜੇ ਨਾਨਕ, ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਤੁਸੀਂ ਲਾਏ ਹੋਏ, ਨਾ ਹੋਰ ਸੁਣੋ ਕੁਛ ਵੀ। ਹਰ ਜਿਉ ਗੁਫਾ ਅੰਦਰ ਰੱਖ ਕੇ। ਸਾਧ ਸੰਗਤ ਜੀਓ, ਅਕਸਰ ਹਰ ਜਿਉ ਪੜ੍ਹਿਆ ਜਾਂਦਾ ਹੈ। ਹਰ ਜਿਉ ਤੋਂ ਮਤਲਬ ਹੈ ਪਰਮਾਤਮਾ ਦੀ ਵਡਿਆਈ 'ਚ ਆਪਾਂ ਜਿਉ ਜਿਸ ਤਰ੍ਹਾਂ ਕਹਿ ਦਿੰਦੇ ਹਾਂ ਵੀ ਆਓ ਜਿਉ, ਇਸ ਤਰ੍ਹਾਂ, ਉਸ ਤਰ੍ਹਾਂ ਨਹੀਂ ਹੈ ਉਰੇ ਹਰ ਤੋਂ ਬਾਅਦ ਥੋੜ੍ਹਾ ਜਿਹਾ ਰੁਕਣਾ, ਜਮਕੀ ਦੇਣੀ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ, ਜੀਵ ਆਤਮਾ ਨੂੰ ਗੁਫਾ ਦੇ ਅੰਦਰ ਰੱਖ ਕੇ ਬਾਜਾ ਪਵਨ ਵਜਾਏ। ਪੌਣ ਦਾ ਬਾਜਾ ਹਵਾ ਦਾ ਵਜਾਤਾ, ਆਤਮਾ ਅੰਦਰ ਰੱਖ ਦਿੱਤੀ, ਹਵਾ ਸਾਹ ਚੱਲਣ ਲਾਤੇ ਅਤੇ ਸਰੀਰ ਪੈਦਾ ਹੋ ਗਿਆ। ਵਜਾਇਆ ਬਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜਦੋਂ ਪੌਣ ਦਾ ਬਾਜਾ ਵਜਾਇਆ, ਸਵਾਸ ਚੱਲਣ ਲੱਗੇ, 9 ਦੁਆਰੇ ਤਾਂ ਪ੍ਰਗਟ ਕਰਤੇ, 10ਵੇਂ ਨੂੰ ਗੁਪਤ ਰੱਖਿਆ। 9 ਦੁਆਰੇ ਬਾਹਰ ਨੂੰ ਖੁੱਲ੍ਹਦੇ, 10ਵਾਂ ਅੰਦਰ ਨੂੰ ਪੁਸ਼ ਹੁੰਦਾ ਹੈ। ਉਹ ਸੰਤਾਂ ਦੇ ਹਿੱਸੇ ਆਉਂਦੀ ਹੈ ਬਾਤ, ਸੰਸਾਰੀਆਂ ਦੇ ਨਹੀਂ ਆਉਂਦੀ। 9 ਦੁਆਰੇ ਕਿਹੜੇ ਹੋ ਗਏ? 2 ਅੱਖਾਂ 2 ਕੰਨ, 4 2 ਨਾਸਾਂ, 6 ਮੂੰਹ, 7 ਲਿੰਗ ਔਰ ਗੁਦਾ। ਇਹ 9 ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ। 10ਵਾਂ ਦੁਆਰ ਇਨਵਰਡ ਹੈ, ਅੰਦਰ ਨੂੰ ਪੁਸ਼ ਕਰਨਾ ਪੈਂਦਾ ਹੈ। ਅਸਲ ਵਿੱਚ ਸਾਧ ਸੰਗਤ ਜੀ ਇਹ 9 ਦੁਆਰੇ ਤਾਂ ਜਿਹੜੇ ਹੈਗੇ ਬਾਹਰ ਦਿਖਦੇ ਆ, 10ਵਾਂ ਦੁਆਰ ਅਦਿੱਖ ਹੈ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਤ੍ਰੈਗੁਣਾ 'ਚ। ਜੇ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਏ ਫਿਰ ਨਜ਼ਰ ਆ ਜਾਂਦਾ, ਫਿਰ ਉਹ ਖੁੱਲ੍ਹ ਵੀ ਜਾਂਦਾ। ਤੋ 10ਵਾਂ ਗੁਪਤ ਰੱਖਿਆ ਹੋਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਿਹੜਾ ਗੁਰੂ ਦਾ ਹੋ ਜਾਂਦਾ, ਗੁਰੂ ਅਨੁਸਾਰੀ ਹੋ ਜਾਂਦਾ, ਉਹਨੂੰ ਪ੍ਰੇਮ ਬਖਸ਼ ਕੇ ਭਾਵਨੀ, ਉਹ ਜਿਹੜੀ ਲਿਵ ਹੈ, ਉਹਨੂੰ ਉੱਧਰ ਉਹ ਲਿਵ ਬਖਸ਼ ਕੇ ਇਕਨਾ ਨੂੰ 10ਵਾਂ ਦੁਆਰ ਦਿਖਾ ਦਿੰਦਾ। ਗੁਰਬਾਣੀ ਇਸੀ ਕਰਕੇ ਸਮਝ ਨਹੀਂ ਆਉਂਦੀ ਸਾਧ ਸੰਗਤ ਜੀਓ। ਕਿਤੇ ਇਹ ਤ੍ਰੈਗੁਣੀਆਂ ਨੂੰ ਸੰਬੋਧਨ ਕਰਦੀ ਹੈ, ਕਿਤੇ ਸੰਤਾਂ ਨੂੰ ਕਰਦੀ ਹੈ। ਸੰਤਾਂ ਵਾਸਤੇ ਉਹ ਕਥਿਆ ਵੀ ਜਾਂਦਾ ਹੈ, ਲਖਿਆ ਵੀ ਜਾਂਦਾ ਹੈ, 10ਵਾਂ ਦੁਆਰ ਵੀ ਦਿਖ ਜਾਂਦਾ ਹੈ। ਸੰਸਾਰ ਨੂੰ ਇਹ ਦਿਖਦਾ ਕੋਈ ਨਹੀਂ, ਗੁਪਤ ਰੱਖਿਆ ਹੋਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਉਹ 10ਵੇਂ ਦੁਆਰ ਦੇ ਵਿੱਚ ਫਿਰ ਬਹੁਤ ਸਾਰੇ ਨਾਮ ਦੇ ਰੂਪ ਹੈ। ਪਰਮਾਤਮਾ ਦਾ ਜਿਹੜਾ ਨਾਮ ਹੈ ਉਹਦੇ ਬਹੁਤ ਸਾਰੇ ਰੂਪ ਹੈ। ਨਵ ਨਿਧੀਆਂ ਉੱਥੇ ਵਸਦੀਆਂ,
9 ਖਜ਼ਾਨੇ ਸੰਸਾਰ ਦੇ ਉੱਥੇ ਵਸਦੇ, ਨਾਮ ਨੂੰ ਹੀ ਕਹਿੰਦੇ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਉਸ ਦਾ ਕੋਈ ਅੰਤ ਪਾਰ ਨਹੀਂ ਹੈ, ਉਹਨੂੰ ਵਿਆਖਿਆ ਵੀ ਨਹੀਂ ਉਹਦੀ ਕਰੀ ਜਾ ਸਕਦੀ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਿਆ ਦੱਸੂਗਾ ਗੂੰਗਾ ਵੀ ਗੁੜ ਕਿਹੋ ਜਿਹਾ, ਇਸ਼ਾਰੇ ਮਾਤਰ ਸਿਰ ਹਿਲਾ ਕੇ ਕੁਛ ਕਹਿ ਸਕਦਾ। ਕੋਈ ਹਾਵ ਭਾਵ ਮੂੰਹ ਦੇ ਕਰਕੇ ਦੱਸ ਸਕਦਾ ਵੀ ਹਾਂ ਮਿੱਠਾ ਸੀਗਾ, ਪਰ ਬਹੁਤਾ ਕੁਛ ਨਹੀਂ ਕਿਹਾ ਜਾ ਸਕਦਾ ਉਹਦੇ ਬਾਰੇ, ਕਿਉਂਕਿ ਉਹ ਗਿਆ ਤੋਂ ਬਿਆਨ ਕਰਨ ਤੋਂ, ਵਰਣਨ ਤੋਂ ਵੀ ਬਾਹਰ ਹੈ। ਕਹੇ ਨਾਨਕ ਹਰ ਪਿਆਰੇ, ਕਹੇ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ। ਪਾਤਸ਼ਾਹ ਫਰਮਾ ਰਹੇ ਵੀ ਹਰੀ ਪਿਆਰੇ ਨੇ ਜੀਵ ਆਤਮਾ ਨੂੰ ਗੁਫਾ ਦੇ ਅੰਦਰ ਰੱਖ ਕੇ ਪਾਉਣ ਦਾ ਬਾਜਾ ਵਜਾਇਆ ਹੋਇਆ। ਸਾਧ ਸੰਗਤ ਜੀ, ਉਹ ਇਹ ਗੁਫਾ ਦੀ ਬਾਤ ਗੁਰਬਾਣੀ 'ਚ ਅਕਸਰ ਆਉਂਦੀ ਹੈ। ਇਹ ਸਰੀਰ ਇੱਕ ਗੁਫਾ ਹੀ ਹੈ ਜਿਹਦੇ ਵਿੱਚ ਪਰਮਾਤਮਾ ਰਹਿੰਦਾ। ਹੁਣ ਹਰ ਇੱਕ ਤ੍ਰੈਗੁਣੀ ਬੰਦੇ ਖਾਤਰ ਇਹ ਗੁਫਾ ਹੈਗੀ ਹੈ, ਪਰ ਇਹ ਸੁੰਨ ਗੁਫਾ ਬਣਦੀ ਹੈ ਸੰਤਾਂ ਖਾਤਰ। ਕਬੀਰ ਜੀ ਨੇ ਸੁੰਨ ਗੁਫਾ ਦਾ ਜ਼ਿਕਰ ਕਰਿਆ ਬਹੁਤ ਵਾਰੀ, ਲੇਕਿਨ ਗੁਰੂ ਸਾਹਿਬਾਨਾਂ ਨੇ, ਜਿਹੜੇ ਸਿੱਖ ਸੰਤ ਹੈ ਉਹਨਾਂ ਨੇ, ਔਰ ਗੁਰਸਿੱਖ ਜਿਨ੍ਹਾਂ ਦੀ ਬਾਣੀ 'ਚ ਜਿਨ੍ਹਾਂ ਨੂੰ ਵਿਰਾਜਮਾਨ ਰੱਖਿਆ ਹੋਇਆ ਗੁਰੂ ਸਾਹਿਬ ਨੇ, ਉਹਨਾਂ ਨੇ ਇਹਨੂੰ ਸਹਿਜ ਗੁਫਾ ਕਿਹਾ। ਇਹਦੇ 'ਚ ਕੁਛ ਅੰਤਰ ਹੈ ਥੋੜ੍ਹਾ ਥੋੜ੍ਹਾ। ਗੁਫਾ ਤਾਂ ਉਹ ਚੀਜ਼ ਹੁੰਦੀ ਹੈ ਜਿਵੇਂ ਧਰਤੀ ਦੇ ਵਿੱਚ ਭੋਰਾ ਪੱਟ ਲੈਂਦੇ ਆਪਾਂ, ਉਹਨੂੰ ਗੁਫਾ ਕਹਿ ਦਿੰਦੇ। ਐਸੇ ਤਰੀਕੇ ਨਾਲ ਇਹ ਸਰੀਰ ਦੇ ਵਿੱਚ ਜਿਹੜਾ ਅੰਦਰ ਸਾਡਾ ਮਨ ਹੈ, ਹਿਰਦਾ ਹੈ, ਉਹ ਗੁਫਾ ਹੈ। ਸੁੰਨ ਗੁਫਾ ਔਰ ਸਹਿਜ ਗੁਫਾ, ਇਹ ਸ਼ਬਦਾਂ ਦਾ ਅੰਤਰ ਹੈ ਥੋੜ੍ਹਾ ਜਿਹਾ ਇਹਦੇ 'ਚ, ਭਾਵ ਦਾ। ਕਿਉਂਕਿ ਸੁੰਨ ਗੁਫਾ ਬਣਦੀ ਹੈ ਜਦੋਂ ਬੰਦਾ ਟਿਕ ਕੇ ਬਹਿੰਦਾ, ਸਮਾਧੀ ਲਾਉਂਦਾ ਰੱਬ ਦੇ ਨਾਮ ਦੀ। ਸਹਿਜ ਗੁਫਾ ਬਣਦੀ ਹੈ ਜਦੋਂ ਤੁਰਦਾ ਫਿਰਦਾ, ਕੰਮਕਾਰ ਕਰਦਾ, ਪਰਮਾਤਮਾ ਨੂੰ ਧਿਆਉਂਦਾ ਬੰਦਾ, ਉਹਨੂੰ ਸਹਿਜ ਗੁਫਾ ਕਹਿੰਦੇ। ਔਰ ਉਹਦੇ ਵਿੱਚ ਜਿਹੜੀ ਸਮਾਧੀ ਹੈ ਉਹ ਨਹੀਂ ਹੁੰਦੀ, ਸਹਿਜ ਗੁਫਾ ਤੁਰਦਿਆਂ ਫਿਰਦਿਆਂ ਹੁੰਦੀ ਹੈ। ਸੁੰਨ ਸਮਾਧ ਦੇ ਵਿੱਚ ਸਮਾਧੀ ਹੁੰਦੀ ਹੈ। ਦੋਹੇ ਚੀਜ਼ਾਂ ਗੁਰਮਤਿ ਵਿੱਚ ਪ੍ਰਵਾਨ ਹੈ। ਜਦੋਂ ਬੰਦਾ ਪਹਿਲਾਂ ਸ਼ੁਰੂਆਤ ਕਰਦਾ ਉਦੋਂ ਸੁੰਨ ਗੁਫਾ ਬਣਨੀ ਜ਼ਰੂਰੀ ਹੈ, ਕਿਉਂਕਿ ਧਿਆਨ ਇੱਕ ਜਗ੍ਹਾ ਟਿਕਾਉਣਾ ਹੁੰਦਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰਿ ਭਜੋ, ਇੱਕ ਮਨ ਹੋਏ ਇੱਕ ਚਿੱਤ। ਉਹ ਇੱਕ ਮਨ ਇੱਕ ਚਿੱਤ ਹੋਣ ਨੂੰ ਹੀ ਸੁੰਨ ਸਮਾਧ ਕਿਹਾ ਜਾਂਦਾ। ਤੋ ਫਿਰ ਜਦੋਂ ਤੁਰਦਾ ਫਿਰਦਾ ਬੰਦਾ ਕਰਨ ਲੱਗ ਪੈਂਦਾ, ਉਹਨੂੰ ਸਹਿਜ ਸਮਾਧ ਕਿਹਾ ਜਾਂਦਾ। ਸਹਿਜ ਸਮਾਧ ਦੇ ਵਿੱਚ ਕੋਈ ਹੱਠ ਨਹੀਂ ਹੁੰਦਾ, ਆਪਣੇ ਆਪ ਤੋਂ ਹੁੰਦਾ ਫਿਰ ਉਹ ਸਾਰਾ ਕੁਛ। ਤੋ ਸਾਧ ਸੰਗਤ ਜੀ, ਤਾਂ ਅਸੀਂ ਅੱਜ ਦੀ ਵਿਚਾਰ, ਅਗਲੀ ਵਿਚਾਰ ਆਪਾਂ ਗੁਰਬਾਣੀ ਦੀ ਕਰੀਏ। ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਰਿਧੀ ਸਿੱਧੀ ਤੇ ਨਿਧੀ। ਹੁਣ ਵੀ ਨਿਧੀ ਸ਼ਬਦ ਆਇਆ ਸੀ ਵਿੱਚ, ਨੌ ਨਿਧ। ਇਹਨਾਂ ਦੀ ਥੋੜ੍ਹੀ ਜਿਹੀ ਵਿਚਾਰ, ਕਿਉਂਕਿ ਇਹ ਬਹੁਤ ਜਗ੍ਹਾ, ਹਜ਼ਾਰਾਂ ਹੀ ਜਗ੍ਹਾ ਗੁਰਬਾਣੀ 'ਚ ਆਉਂਦੀ। ਕਿਹਨੂੰ ਕਹਿੰਦੇ ਰਿਧੀਆਂ ਸਿੱਧੀਆਂ ਤੇ ਨਿਧੀਆਂ। 9 ਨਿਧੀਆਂ ਸਾਧ ਸੰਗਤ ਜੀਓ, ਇੱਕ ਤਾਂ ਹੁੰਦੀ ਹੈ ਪਦਮ, ਜਿਹਦੇ ਕੋਲ ਸੋਨਾ ਚਾਂਦੀ ਹੋਵੇ ਉਹਨੂੰ ਪਦਮ ਨਿਧੀ ਕਹਿੰਦੇ। ਇੱਕ ਹੁੰਦੀ ਹੈ ਮਹਾਪਦਮ। ਮਹਾਪਦਮ ਦੇ ਵਿੱਚ ਨਵਰਤਨ, ਹੀਰੇ ਜਵਾਹਰਾਤ, ਜਿਵੇਂ ਹੀਰੇ ਮੋਤੀ ਵਗੈਰਾ ਹੁੰਦੇ ਆ, ਇਹ ਮਹਾਪਦਮ ਨਿਧੀ ਦੇ ਵਿੱਚ ਆਉਂਦੇ ਆ। 9 ਰਤਨ ਹੈ ਜਿਹੜੇ, ਇਹਦੀ ਵਿਚਾਰ ਅੱਗੇ ਕਰਦੇ ਆ। ਤੀਜੀ ਨਿਧੀ ਹੈਗੀ ਸੰਖ। ਸੰਖ ਦੇ ਵਿੱਚ ਸੋਹਣੇ ਕੱਪੜੇ ਔਰ ਖਾਣਾ ਪੀਣਾ ਵਧੀਆ, ਇਹ ਆਉਂਦਾ, ਇਹ ਵੀ ਇੱਕ ਖਜ਼ਾਨਾ ਹੈ। ਮਕਰ ਚੌਥੀ ਹੈ। ਸ਼ਸਤਰ ਵਿੱਦਿਆ 'ਚ ਨਿਪੁੰਨਤਾ, ਰਾਜ ਦਰਬਾਰ ਵਿੱਚ ਮਾਣ, ਰਾਜਿਆਂ ਦੇ ਦਰਬਾਰਾਂ 'ਚ ਜਿਹਨੂੰ ਸ਼ਸਤਰ ਵਿੱਦਿਆ ਆਉਂਦੀ ਹੋਵੇ, ਜਿਵੇਂ ਏਕਲਵਿਆ ਸੀਗਾ ਉਸ ਤਰ੍ਹਾਂ, ਇਹ ਮਕਰ ਵਿੱਚ ਆਉਂਦੀ ਹੈ। ਪੰਜਵੀਂ ਹੈਗੀ ਕੱਛਪ। ਕੱਛਪ ਜਿਹੜੀ ਨਿਧੀ ਹੈ ਉਹਦੇ 'ਚ ਅਨਾਜ ਦਾਣੇ ਦੀ ਸੁਦਾਗਰੀ ਕਰਕੇ ਅਮੀਰੀ ਹੁੰਦੀ ਹੈ, ਖਜ਼ਾਨੇ ਆ ਇਹ। ਛੇਵੀਂ ਹੈਗੀ ਕੁੰਦ, ਸੋਨੇ ਦੀ ਸੁਦਾਗਰੀ। ਸੋਨਾ ਕੋਲ ਹੋਣਾ ਉਹ ਪਦਮ ਵਿੱਚ ਆਉਂਦਾ ਹੈ, ਸੋਨੇ ਦੀ ਸੁਦਾਗਰੀ ਕਰਨੀ, ਵਪਾਰ ਕਰਨਾ, ਇਹ ਕੁੰਦ 'ਚ ਆਉਂਦਾ। ਸੱਤਵੀਂ ਹੈਗੀ ਨੀਲ, ਮੂੰਗੇ ਮੋਤੀ ਦੀ ਸੁਦਾਗਰੀ। ਅੱਠਵੀਂ ਹੈ ਮੁਕੰਦ, ਕੋਮਲ ਕਲਾਵਾਂ ਜਿਵੇਂ ਰਾਗ ਵਿੱਦਿਆ, ਕਵਿਤਾ, ਬੁੱਤ ਘਾੜਾ, ਇਸ ਤਰ੍ਹਾਂ ਦੀਆਂ ਜਿਹੜੀਆਂ ਕਲਾਵਾਂ ਹੈ
ਉਹ ਹੋਣੀਆਂ, ਉਹ ਵੀ ਇੱਕ ਕਿਸਮ ਦਾ ਖਜ਼ਾਨਾ ਹੁੰਦਾ, ਉਹਦੀ ਵਡਿਆਈ ਪੈਂਦੀ ਹੈ। ਸੰਸਾਰ ਦੇ ਵਿੱਚ ਰਾਜੇ ਵਡਿਆਈ ਕਰਦੇ ਆ, ਅਜਿਹੇ ਕੋਮਲ ਕਲਾਮਾਂ ਵਾਲਿਆਂ ਨੂੰ ਕੋਲ ਰੱਖਦੇ, ਉਹਨਾਂ ਨੂੰ ਵਡਿਆਉਂਦੇ। ਨੌਵੀਂ ਹੈਗੀ ਆ ਵਰਦ, ਜਾਂ ਉਹਨੂੰ ਖਰਬ ਵੀ ਕਹਿੰਦੇ। ਹਰ ਕਿਸਮ ਦੀ ਅਮੀਰੀ ਨੂੰ ਕਹਿੰਦੇ ਆ ਵਰਦ। ਜਿਸ ਬੰਦੇ ਕੋਲ ਸਭ ਕੁਛ ਹੀ ਹੋਵੇ, ਸੋਨਾ ਚਾਂਦੀ ਹੀਰੇ ਜਵਾਹਰਾਤ, ਸੋਹਣੇ ਕੱਪੜੇ, ਸ਼ਸਤਰ ਵਿੱਦਿਆ, ਅਨਾਜ ਵਗੈਰਾ ਦੀ ਸਦਾਗਰੀ, ਸੋਨੇ ਦੀ ਸਦਾਗਰੀ, ਮੂੰਗੇ ਮੋਤੀ, ਸਾਰੀਆਂ ਕਲਾਵਾਂ ਹੋਵੇ ਕੋਲ, ਉਹਨੂੰ ਵਰਦ ਕਹਿੰਦੇ, ਜਾਂ ਉਹਦਾ ਦੂਜਾ ਨਾਂ ਖਰਬ ਵੀ ਹੈ। ਪਰ ਗੁਰਮਤਿ ਅਨੁਸਾਰ ਇਹ ਜਿਹੜੀਆਂ ਨੌ ਨਿਧੀਆਂ ਹੈ, ਨੌ ਖਜ਼ਾਨੇ ਹੈ, ਇਹ ਪ੍ਰਭੂ ਦਾ ਨਾਮ ਹੈ। ਦੁਨੀਆ ਦੇ ਵਿੱਚ ਨੌ ਨਿਧੀਆਂ ਹੈ, ਸੰਤਾਂ ਭਗਤਾਂ ਦੇ ਖਾਤਰ ਪਰਮਾਤਮਾ ਦਾ ਨਾਮ ਨਵ ਨਿਧੀ ਹੈ। ਜਿਹਦੇ ਕੋਲ ਨਾਮ ਬਖਸ਼ ਦਿੱਤਾ ਗੁਰੂ ਨੇ, ਜਿਹਨੂੰ ਦੇਤਾ, ਉਹਦੇ ਕੋਲ ਸਾਰੇ ਹੀ ਖਜ਼ਾਨੇ ਦੁਨੀਆ ਦੇ ਆ ਜਾਂਦੇ। ਬਲਕਿ ਇੱਥੋਂ ਤੱਕ ਜ਼ਿਕਰ ਹੈ ਗੁਰਬਾਣੀ 'ਚ, ਨਵਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹਦੇ ਮਨ 'ਚ ਨਾਮ ਦਾ ਵਾਸਾ ਹੋ ਗਿਆ, ਵਾਹਿਗੁਰੂ ਪ੍ਰਗਟ ਹੋ ਗਿਆ, ਇਹ ਰਿਧੀਆਂ ਸਿੱਧੀਆਂ ਉਹਦੇ ਮਗਰ ਲੱਗੀਆਂ ਫਿਰਦੀਆਂ ਵੀ ਸਾਨੂੰ ਕੰਮ ਦੱਸ ਕੋਈ। ਚਰਨਾਂ ਦੀ ਦਾਸੀ ਬਣ ਜਾਂਦੀ ਹੈ ਮਾਇਆ ਸਾਰੀ, ਇਹ ਉਹਦਾ ਹੁਕਮ ਹੈ। ਜਿੰਨੇ ਵੀ ਸੰਸਾਰ ਦੇ ਪਦਾਰਥ ਹੈ, ਉਹਨਾਂ ਨੂੰ ਮਗਰ ਪਾਉਂਦਾ ਫਿਰ ਸੰਤਾਂ ਦੇ। ਕਈ ਲੋਕ ਭਟਕ ਵੀ ਜਾਂਦੇ ਫਿਰ ਉਹਦੇ ਨਾਲ, ਅਤੇ ਜਿਹੜੇ ਅਸਲੀ ਭਗਤ ਹੁੰਦੇ ਉਹ ਇਹਨਾਂ ਨੂੰ ਪਿੱਛੇ ਰੱਖਦੇ ਵੀ ਸਾਨੂੰ ਤੁਹਾਡੀ ਕੋਈ ਲੋੜ ਨਹੀਂ, ਤੁਸੀਂ ਦੂਰ ਰਹੋ ਸਰ। ਤੋ ਮਗਰ ਮਗਰ ਭੱਜੀਆਂ ਫਿਰਦੀਆਂ ਨਵ ਨਿਧੀਆਂ 18 ਸਿੱਧੀਆਂ। ਸਾਧ ਸੰਗਤ ਜੀਓ, ਪਰਮਾਤਮਾ ਦਾ ਨਾਮ ਜਿਹਨੂੰ ਨੌਨਿਧੀ ਕਰਕੇ ਗੁਰਬਾਣੀ 'ਚ ਵਰਣਨ ਆਇਆ, ਇਹ ਕਿਵੇਂ ਪ੍ਰਾਪਤ ਹੁੰਦਾ ਹੈ? ਗੁਰੂ ਦੀ ਬਖਸ਼ਿਸ਼ ਹੋਵੇ, ਪਰਮਾਤਮਾ ਦੇ ਹੁਕਮ ਵਿੱਚ ਗੁਰੂ ਮਿਲੇ, ਪਹਿਲਾਂ ਕੋਈ ਪੁਰਬਲਾ ਲੇਖ ਹੋਵੇ। ਜਦੋਂ ਗੁਰੂ ਮਿਲ ਗਿਆ, ਉਹਨੇ ਹਉਮੈ ਦਾ ਨਾਸ਼ ਕਰਕੇ ਸਾਡੇ ਅੰਦਰ ਨਾਮ ਚਲਾਉਣਾ। ਉਸ 'ਤੇ ਉਰੇ ਉਰੇ ਆਪਣੇ ਕਰਮ ਵਿਸ਼ੇਸ਼ ਨਾਲ, ਕਿਸੇ ਯਤਨ ਨਾਲ ਕੋਈ ਨਾਮ ਪੈਦਾ ਨਹੀਂ ਹੋ ਸਕਦਾ। ਇਹ ਗੁਰਬਾਣੀ ਦਾ ਕਮਿਟਡ ਨਿਸ਼ਚਾ। ਨਾਏ ਮੰਨਿਆ ਨਾਮ ਉਪਜੈ, ਸਹਿਜੇ ਸੁਖ ਪਾਇਆ। ਗੁਰਬਾਣੀ ਤੋਂ ਨਾਮ ਪ੍ਰਾਪਤ ਹੁੰਦਾ ਹੈ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਔਰ ਜਦੋਂ ਨਾਮ ਨੂੰ ਆਪਾਂ ਮੰਨ ਲੈਂਦੇ, ਨਾਮ ਲੈਂਦੇ ਸਾਰੇ ਹੀ ਸੰਸਾਰ ਹੈ, ਕਹਿੰਦੇ ਸਾਰੇ ਹੀ ਹੈ ਵਾਹਿਗੁਰੂ ਰਾਮ ਅੱਲਾ ਕੁਛ ਨਾ ਕੁਛ। ਪਰ ਜਿਹਨੇ ਨਾਮ ਨੂੰ ਮੰਨ ਲਿਆ, ਆਪਣੀ ਹਉਮੈ ਛੱਡ ਦਿੱਤੀ, ਆਪਣੀ ਬੁੱਧੀ ਨੂੰ ਪਿੱਛੇ ਕਰ ਦਿੱਤਾ, ਉਹਦੇ ਅੰਦਰ ਨਾਮ ਪੈਦਾ ਹੁੰਦਾ। ਨਾਮ ਤੋਂ ਹੀ ਨਾਮ ਪੈਦਾ ਹੁੰਦਾ, ਪਰਮਾਤਮਾ ਦੇ ਨਾਮ ਤੋਂ ਹੀ ਉਹ ਨਾਮ ਪੈਦਾ ਹੁੰਦਾ, ਜਿਹੜਾ ਹਉਮੈ ਰਹਿਤ ਹੁੰਦਾ, ਆਪਣੇ ਆਪ ਤੋਂ ਸਪੌਂਟੇਨੀਅਸਲੀ ਅੰਦਰ ਪੈਦਾ ਹੁੰਦਾ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਉਹ ਫੁਰਦਾ ਅੰਦਰੋਂ, ਫੁੱਟਦਾ ਆਪਣੇ ਆਪ ਤੋਂ, ਜਿਵੇਂ ਝਰਨਾ ਧਰਤੀ ਦੀ ਹਿੱਕ ਪਾੜ ਕੇ ਉੱਪਰ ਨਿਕਲਦਾ, ਆਪਣੇ ਆਪ ਤੋਂ ਪਾਣੀ ਬਾਹਰ ਆਉਂਦਾ, ਉਸ ਤਰ੍ਹਾਂ। ਸਹਿਜੇ ਸੁਖ ਪਾਇਆ, ਫਿਰ ਸਹਿਜੇ ਹੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰਿਆਂ ਰੋਗਾਂ ਦਾ ਦਾਰੂ ਬਣ ਜਾਂਦਾ ਫਿਰ ਇਹ ਨਾਮ। ਔਰ ਇਹ ਵੀ ਗੱਲ ਸਾਧ ਸੰਗਤ ਜੀ, ਉਹ ਵੀ ਕਰੋੜਾਂ 'ਚੋਂ ਇੱਕ ਅੱਧਾ ਭਗਤ ਹੁੰਦਾ। ਕੋਟ ਮਦੇ ਕੋ ਜਨ ਅਪਾਰ, ਜਾਂ ਕੋਟਨ ਮੈਂ ਨਾਨਕ ਕਉ ਨਾਰਾਇਣ ਜੇਹ ਚੀਤ। ਨਾਮ ਤੋਂ ਬਿਨਾਂ ਸਾਰਾ ਕੁਛ ਹੇਚ ਹੈ, ਤੁੱਛ ਹੈ। ਸੰਸਾਰ ਬੜਾ ਕਰਦਾ ਪੈਸੇ ਧੇਲੇ ਨੂੰ, ਮਾਇਆ ਨੂੰ, ਰਤਨਾਂ ਨੂੰ, ਹੀਰਿਆਂ ਨੂੰ, ਮੋਤੀਆਂ ਨੂੰ, ਪਰ ਭਗਤ ਬੜਾ ਕਰਦਾ ਨਾਮ। ਨਾਨਕ ਕੈ ਘਰ ਕੇਵਲ ਨਾਮ। ਸਭ ਮਣੀਆਂ, ਸਭ ਹੀਰੇ ਮੋਤੀ, ਸਭ ਨਾਮ ਹੈ। ਪਰਮਾਤਮਾ ਨੂੰ ਵੀ ਹੀਰਿਆਂ ਮੋਤੀਆਂ ਦੇ ਨਾਲ ਤੁਲਨਾ ਦਿੱਤੀ ਹੋਈ ਹੈ। ਐਸੀ ਲਾਲ ਤੁਧ ਬਿਨ ਕੌਣ ਕਰ, ਗਰੀਬ ਨਵਾਜ ਗੁਸਈਆਂ ਮੇਰਾ, ਮਾਥੈ ਛਤਰ ਛਤਰ। ਕਿਤੇ ਪਰਮਾਤਮਾ ਨੂੰ ਲਾਲ ਕਿਹਾ, ਕਿਤੇ ਹੀਰਾ ਕਿਹਾ, ਹੀਰਾ ਹਾਥ ਚੜ੍ਹਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਿਤੇ ਮੋਤੀ ਕਿਹਾ। ਇਹ ਤਸ਼ਬੀਹਾਂ ਸਾਧ ਸੰਗਤ ਜੀ। ਅੱਗੇ ਫਿਰ ਨੌ ਨਿਧੀਆਂ ਜਿਹੜੀਆਂ, ਉਹ ਕਿਹੜੀਆਂ? ਨੌ ਰਿਧੀਆਂ। ਜਿਹੜੀ ਨੌ ਨਿਧੀਆਂ ਵਿੱਚੋਂ ਇੱਕ ਮਹਾਪਦਮ ਦੂਜੇ ਨੰਬਰ 'ਤੇ ਆਉਂਦੀ ਹੈ ਨਿਧੀ, ਉਹਦੇ ਵਿੱਚ ਆਉਂਦੀਆਂ ਜਿਹੜੀਆਂ ਨੌ ਰਿਧੀਆਂ। ਤੋ ਨੌ ਰਿਧੀਆਂ ਕਿਹੜੀਆਂ ਹੋਈਆਂ? ਪਹਿਲੀ ਮੋਤੀ, ਦੂਜੀ ਮੂੰਗਾ, ਇਹ ਸਮੁੰਦਰ 'ਚੋਂ ਨਿਕਲਦੇ ਨੇ ਦੋਏ, ਸਿੱਪੀਆਂ 'ਚੋਂ। ਤੀਜੀ ਹੈਗੀ ਪੰਨਾ, ਹਰੇ ਰੰਗ ਦਾ ਪੱਥਰ ਹੁੰਦਾ। ਚੌਥੀ ਮਾਣਕ, ਜਿਹਨੂੰ ਰੂਬੀ ਕਹਿੰਦੇ ਅੰਗਰੇਜ਼ੀ 'ਚ। ਮਾਣਕ ਮੋਤੀ ਨਾਮ ਪ੍ਰਭ।
ਅਗਲੀ ਹੈਗੀ ਹੈ ਗੋਮੇਦ, ਉਸ ਤੋਂ ਅੱਗੇ ਹੀਰਾ, ਹੀਰੇ ਤੋਂ ਅੱਗੇ ਪੁਖਰਾਜ, ਬਰਾਊਨ ਰੰਗ ਦਾ ਪੱਥਰ ਹੁੰਦਾ, ਲੈਸੋਨੀਆ ਅਤੇ ਨੀਲਮ। ਇਹ 9 ਨਵਰਤਨ ਹੈ। ਇਹ ਇੱਕ ਮਹਾਪਦਮ ਨਿਧੀ ਦੇ ਵਿੱਚ ਇਹ 9 ਰਿਧੀਆਂ ਹੈ। ਨੀਲਮ ਨੀਲੇ ਰੰਗ ਦੀ ਹੁੰਦੀ ਹੈ। ਇਹ ਕੀਮਤੀ ਪੱਥਰ ਹੈ। ਪੱਥਰ ਤਾਂ ਹੋਰ ਵੀ ਹੈ, ਜਿਵੇਂ ਕੁਆਰਟਜ਼ ਹੈ, ਰੇਤੇ ਤੋਂ ਬਣਦਾ, ਪਰ ਉਹ ਬਹੁਤਾ ਕੀਮਤੀ ਨਹੀਂ ਹੁੰਦਾ। ਪਰ ਇਹ 9 ਤਾਂ ਬਹੁਤ ਬੇਸ਼ਕੀਮਤੀ ਪੱਥਰ ਹੈ। ਇਹ ਜਿਹੜੀਆਂ ਰਿਧੀਆਂ ਹੈ ਇਹ ਅਵਰਾ ਸਾਧ ਹੈ, ਪਰਮਾਤਮਾ ਦੇ ਰਸਤੇ ਦੀਆਂ ਰੁਕਾਵਟਾਂ ਹੈ। ਜਿਹੜਾ ਬੰਦਾ ਰਿਧੀਆਂ ਸਿੱਧੀਆਂ ਦੇ ਮਗਰ ਲੱਗ ਗਿਆ ਉਹ ਭਟਕ ਜਾਂਦਾ ਰੱਬ ਤੋਂ। ਰਿਧ ਸਿੱਧ ਅਵਰਾ ਸਾਧ ਹੈ, ਜਪਜੀ ਸਾਹਿਬ 'ਚ ਫਰਮਾਨ ਕਰਿਆ ਹੋਇਆ। ਤੋ ਸਾਧ ਸੰਗਤ ਜੀਓ, ਅਸ਼ਟ ਸਿੱਧ ਨਵਨਿਧ ਇਹ, ਕਰਮ ਪ੍ਰਾਪਤ ਜਿਸ ਨਾਮ ਤੇ। 9 ਨਿਧੀਆਂ ਅਸ਼ਟ ਸਿੱਧੀਆਂ ਸਿਰਫ ਨਾਮ ਹੈ, ਜਿਹਨੂੰ ਬਖਸ਼ਿਸ਼ ਹੋ ਕੇ ਮਿਲ ਜਾਂਦਾ, ਉਹੀ ਅਸ਼ਟ ਸਿੱਧੀਆਂ ਹੈ, ਉਹੀ ਨਵ ਨਿਧੀਆਂ। ਇੱਕ ਜਗ੍ਹਾ ਜ਼ਿਕਰ ਆਉਂਦਾ, ਚਾਰੇ ਮੁਕਤ ਚਾਰ ਮੁਕਤ ਚਾਰੇ ਸਿੱਧ, ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪੜਿਓ। ਚਾਰੇ ਮੁਕਤੀਆਂ ਚਾਰੇ ਸਿੱਧੀਆਂ ਇਹ ਪ੍ਰਭੂ ਦੀ ਸ਼ਰਨ ਪੈਂਦੀਆਂ, ਇਸੇ ਕਰਕੇ ਮੁਕਤੀ ਨੂੰ ਡਾਕੂ ਕਿਹਾ ਗਿਆ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੁਕਤੀ ਦੀ ਗੱਲ ਗੁਰਬਾਣੀ 'ਚ ਵੈਸੇ ਵੀ ਆਉਂਦੀ ਹੈ ਬਹੁਤ ਜਗ੍ਹਾ, ਵੀ ਅਸੀਂ ਮੁਕਤ ਹੋਣਾ, 84 ਕੱਟਣੀ ਹੈ, ਕਟਾਉਣੀ ਹੈ। ਪਰ ਮੁਕਤੀ ਜਿਹੜੀ ਤ੍ਰੈਗੁਣਾ ਵਿੱਚ ਸਾਰਿਆਂ ਹੋਰ ਗ੍ਰੰਥਾਂ ਵਿੱਚ ਹੈ, ਇੱਕ ਵੇਦਾਂਤ ਇੱਕ ਗੁਰਮਤਿ, ਇਹ ਸਪਿਰਚੁਅਲ ਮੁਕਤੀ ਦੀ ਗੱਲ ਕਰਦੇ ਆ। ਬਾਕੀ ਸਾਰੀਆਂ ਤ੍ਰੈਗੁਣ ਮੁਕਤੀਆਂ ਉਹ ਸਿਰਫ ਇੱਥੇ ਤੱਕ ਜਾਂਦੀਆਂ ਵੀ ਸਾਡਾ ਦੁੱਖ ਕਲੇਸ਼ ਦੂਰ ਹੋ ਜਾਏ। 6 ਸ਼ਾਸਤਰ ਹੈ, ਉਹਨਾਂ 'ਚੋਂ 5 ਇਹੀ ਗੱਲ ਕਰਦੇ ਵੀ ਸਾਡੇ ਇਹ 9 ਦੁੱਖ ਦੂਰ ਹੋ ਜਾਏ, ਸਾਡਾ ਆਹ ਦੁੱਖ ਦੂਰ ਹੋ ਜਾਏ। ਮਹਾਤਮਾ ਬੁੱਧ ਜੀ ਨੇ ਵੀ ਨਿਰਵਾਣ ਨੂੰ ਹੀ ਕਿਹਾ ਵੀ ਸਾਡੀਆਂ ਵਾਸਨਾਵਾਂ ਖਤਮ ਹੋ ਜਾਣ, ਤਕਲੀਫਾਂ ਖਤਮ ਹੋ ਜਾਣ। ਰੱਬ ਦੀ ਪ੍ਰਾਪਤੀ ਦੀ ਗੱਲ ਉਹਨਾਂ ਨੇ ਵੀ ਨਹੀਂ ਕਰੀ ਹੈ। ਇਹ ਕੇਵਲ ਵਿਦਾਂਤ ਔਰ ਗੁਰਮਤਿ, ਇਹਦੇ ਵਿੱਚ ਆਉਂਦੀ ਹੈ ਇਹ ਗੱਲ, ਜਿਹੜੀ ਸਪਿਰਚੁਅਲ ਮੁਕਤੀ ਹੈ। ਇਸੇ ਕਰਕੇ ਮੁਕਤੀ ਦਾ ਖੰਡਨ ਕਰਿਆ ਗੁਰੂ ਸਾਹਿਬ ਨੇ ਜਿਹੜੀਆਂ ਬਾਕੀ ਦੀਆਂ ਮੁਕਤੀਆਂ। ਕੋਈ ਕਹਿੰਦਾ ਜੀ ਪਰਮਾਤਮਾ ਦੇ ਦੇਸ਼ ਚਲੇ ਜਾਓ, ਮੁਕਤੀ ਹੈ। ਕੋਈ ਕਹਿੰਦਾ ਉਹਦੇ ਵਰਗਾ ਰੂਪ ਹੋ ਜਾਵੇ, ਉਹ ਮੁਕਤੀ ਹੈ। ਇਸ ਤਰ੍ਹਾਂ ਦੀਆਂ ਪਰਮਾਤਮਾ ਦੇ ਵਿੱਚ ਲੀਨ ਹੋਣ ਦੀ ਗੱਲ ਸਿਰਫ ਗੁਰਮਤਿ ਨੇ ਪਾਈ ਹੈ ਜਾਂ ਵੇਦਾਂਤ ਨੇ ਪਾਈ ਹੈ। ਇਸੇ ਕਰਕੇ ਮੁਕਤੀ ਦਾ ਖੰਡਨ ਵੀ ਹੈ, ਮੁਕਤੀ ਦੀ ਵਡਿਆਈ ਵੀ ਹੈ। ਇਹ ਗੱਲ ਸਮਝਣ ਵਾਲੀ ਹੈ। ਤੋ ਮੁਕਤੀਆਂ 4 ਕਿਸਮ ਦੀਆਂ, ਸਿੱਧੀਆਂ 4 ਕਿਸਮ ਦੀਆਂ ਵੀ ਹੈ, 8 ਕਿਸਮ ਦੀਆਂ ਵੀ ਹੈ, 18 ਕਿਸਮ ਦੀਆਂ ਵੀ ਹੈ। ਇਹਨਾਂ ਨੂੰ ਸਮਝੋ ਥੋੜ੍ਹਾ ਜਿਹਾ। 18 ਦੇ ਵਿੱਚੋਂ ਜਿਹੜੀਆਂ 8 ਹੈ ਉਹ ਅਹਿਮ ਹੈ, ਉਹਨਾਂ 'ਚੋਂ ਵੀ 4 ਅਹਿਮ ਹੈ। ਇਹਦਾ ਜ਼ਿਕਰ ਥੋੜ੍ਹਾ ਜਿਹਾ ਕਰੀਏ। 8 ਸਿੱਧੀਆਂ ਕਿਹੜੀਆਂ? ਸਾਧ ਸੰਗਤ ਜੀ, ਇੱਕ ਵਜਰਯਾਨ ਫਿਰਕਾ ਹੈ ਮਹਾਤਮਾ ਬੁੱਧ ਦਾ, ਮਹਾਯਾਨ ਔਰ ਵਜਰਯਾਨ, ਹੀਨਯਾਨ, 3 ਫਿਰਕੇ। ਜਿਹੜਾ ਵਜਰਯਾਨ ਹੈ ਉਹਦੇ ਵਿੱਚ ਇਹ ਸਿੱਧ ਹੁੰਦੇ। ਸਿੱਧ ਕਹਿੰਦੇ ਪੁੱਗੇ ਹੋਏ ਯੋਗੀ ਨੂੰ। ਸੰਸਾਰ ਦੀ ਨਿਗਾਹ ਵਿੱਚ ਉਹ ਬਹੁਤ ਉੱਚੇ ਹੁੰਦੇ, ਪਰ ਗੁਰਮਤਿ ਦੀ ਨਿਗਾਹ ਵਿੱਚ ਕੁਛ ਵੀ ਨਹੀਂ ਹੈ। ਸੰਸਾਰੀ ਗੱਲਾਂ ਨੇ ਸਾਰੀਆਂ ਇਹ ਸਿੱਧੀਆਂ ਵਾਲੀਆਂ। ਕਿਹੜੀਆਂ ਕਿਹੜੀਆਂ ਸਿੱਧੀਆਂ? ਪਹਿਲੀ ਹੈ ਅਣਮਾ, ਬਹੁਤ ਛੋਟਾ ਜਿਹਾ ਹੋ ਜਾਣਾ, ਆਪਣੇ ਆਪ ਨੂੰ ਛੋਟਾ ਜਿਹਾ ਰੂਪ ਕਰ ਲੈਣਾ, ਪਰਮਾਣੂ ਬਣ ਕੇ ਸਾਰੀ ਦੁਨੀਆ ਚੱਕਰ ਲਾਇਆ ਹੋਣਾ। ਦੂਜੀ ਹੈ ਲਗਮਾ, ਬਹੁਤ ਹੌਲਾ ਹੋ ਜਾਣਾ, ਲੈਵੀਟੇਸ਼ਨ ਕਹਿੰਦੇ ਅੰਗਰੇਜ਼ੀ 'ਚ ਇਹਨੂੰ। ਲੈਵੀਟੇਸ਼ਨ ਹੁੰਦੀ ਹੈ ਚੌਂਕੜਾ ਮਾਰ ਕੇ ਧਰਤੀ ਤੋਂ ਉੱਪਰ ਉੱਠ ਜਾਣਾ ਹਵਾ 'ਚ। ਇਹ ਇੱਕ ਕਿਸਮ ਦੀ ਸਿੱਧੀ ਹੈ। ਕਰਦੇ ਆ ਸਿੱਧ ਇਸ ਤਰ੍ਹਾਂ ਦੀ ਪ੍ਰੈਕਟਿਸ, ਸੰਸਾਰੀ ਲੋਕ ਪ੍ਰਭਾਵਿਤ ਹੋ ਜਾਂਦੇ ਵੀ ਬਹੁਤ ਬੜਾ ਸੰਤ ਹੈ ਬਈ ਜਿਹੜਾ ਹਵਾ ਦੇ ਵਿੱਚ ਚੌਂਕੜਾ ਮਾਰੀ ਬੈਠਾ। ਪਰ ਅਸਲ 'ਚ ਗੁਰਬਾਣੀ ਦੇ ਨੁਕਤੇ ਨਿਗਾਹ ਤੋਂ ਉਹ ਕੁਛ ਵੀ ਨਹੀਂ ਹੈ, ਉਹ ਸਿਰਫ ਦੁਨੀਆ ਨੂੰ ਭਰਮਾਉਣ ਖਾਤਰ ਹੈ। ਤੀਜਾ ਹੈਗਾ ਮਹਿਮਾ, ਬਹੁਤ ਵੱਡਾ ਆਕਾਰ ਕਰ ਲੈਣਾ, ਜਿਵੇਂ ਬੌਨਾ ਬਣ ਕੇ ਆਏ ਪਰਮਾਤਮਾ, ਨਹੀਂ ਬੌਨੇ ਖਾਤਰ ਪੰਡਿਤ ਬਣ ਕੇ ਆਏ, ਛੋਟਾ ਜਿਹਾ ਪੰਡਿਤ ਬਣ ਕੇ 2.5 ਕਰਮਾਂ ਦੇ ਵਿੱਚ ਧਰਤੀ ਮਿਲ ਲਈ, ਆਕਾਸ਼ ਮਿਲ ਲਿਆ। ਕਹਿੰਦੇ ਭਾਈ ਹੁਣ ਉਹ ਵੀ ਪੂਰੀ ਕਰ, ਤੈਂ ਵਚਨ ਦਿੱਤਾ, ਪੈਰ ਰੱਖਿਆ ਉੱਪਰ, ਬਲਰਾਜੇ ਦੇ ਪਤਾਲ 'ਚ ਪਹੁੰਚਾਤਾ। ਉਹ ਹੈ ਆਪਣੇ ਆਪ ਨੂੰ ਵੱਡਾ ਆਕਾਰ ਕਰ ਲੈਣਾ। ਚੌਥੀ ਹੈ ਗਰਮਾ, ਭਾਰੀ ਹੋ ਜਾਣਾ। ਪੰਜਵੀਂ ਪ੍ਰਾਪਤੀ, ਮਨ ਚਾਹੀ ਵਸਤੂ ਹਾਸਲ ਕਰ ਲੈਣੀ। 6ਵੀਂ ਹੈ ਪ੍ਰਕੰਮਿਆ, ਸਭ ਦੇ ਮਨ ਦੀ ਗੱਲ ਜਾਣ ਲੈਣੀ।
ਇੱਕ ਵਾਰ ਦਾਸਰੇ ਦੇ ਨਾਲ ਇੱਕ ਵਕੀਲ ਸਾਹਿਬ ਰਹਿੰਦੇ ਸੀ ਪਿੰਡ, ਹੁਣ ਨਹੀਂ ਹੈ ਉਹ, ਬੜੇ ਇੰਟੈਲੀਜੈਂਟ ਪਰਸਨ ਸੀ, ਵਕੀਲ ਵੀ ਸੀਗੇ, ARVC ਸੁਸਾਇਟੀਆਂ 'ਚ ਰਿਟਾਇਰਡ, ਗੁਰਬਾਣੀ ਦੇ ਵੀ ਗਿਆਤਾ ਸੀ। ਉਹਨਾਂ ਨੇ ਇੱਕ ਗੱਲ ਦੱਸੀ, ਕਹਿੰਦੇ ਅਸੀਂ ਰੋਪੜ ਰਹਿੰਦੇ ਹੁੰਦੇ ਸੀ ਜਦੋਂ, ਸਰਮੁਖ ਸਿੰਘ ਮਸ਼ਹੂਰ ਵਕੀਲ ਸੀਗਾ, ਇਹ ਉਹਦੇ ਨਾਲ ਪ੍ਰੈਕਟਿਸ ਕਰਦੇ ਸੀ। ਉਹ ਸੈਰ ਕਰਨ ਜਦੋਂ ਨਿਕਲਦੇ ਸੀਗੇ, ਰਸਤੇ 'ਚ ਇੱਕ ਹਕੀਮ ਜੀ ਦੀ ਕੋਈ ਛੋਟੀ ਜਿਹੀ ਦੁਕਾਨ ਆਇਆ ਕਰਦੀ ਸੀ, ਘਰ ਵੀ ਉਹਦਾ ਨਾਲੇ ਸੀ। ਕਹਿੰਦੇ ਅਸੀਂ ਜਦ ਵੀ ਲੰਘਣਾ ਹਕੀਮ ਜੀ ਨੂੰ ਫਤਿਹ ਬੁਲਾ ਦੇਣੀ, ਉਹਨੇ ਵੀ ਬੋਲਣੀ। ਕਹਿੰਦੇ ਇੱਕ ਦਿਨ ਅਸੀਂ ਸੋਚਿਆ ਵੀ ਅੱਜ ਫਤਿਹ ਨਹੀਂ ਬੁਲਾਉਣੀ, ਦੇਖੀਏ ਵੀ ਹਕੀਮ ਜੀ ਦੀ ਹਉਮੈ ਕਿੰਨੀ ਕੁ ਹੈ, ਵੀ ਉਹ ਵੀ ਬੁਲਾਉਂਦੇ ਕਿ ਨਹੀਂ ਬੁਲਾਉਂਦੇ। ਕਹਿੰਦੇ ਅਸੀਂ ਜਦ ਚੁੱਪ ਕਰਕੇ ਕੋਲ ਨੂੰ ਲੰਘਣ ਲੱਗੇ, ਹਕੀਮ ਜੀ ਕਹਿੰਦੇ ਚਲੋ ਅੱਜ ਫਿਰ ਫਤਿਹ ਨਹੀਂ ਬੁਲਾਉਂਦੇ, ਦੇਖਦੇ ਹਾਂ ਵੀ ਹਉਮੈ ਕਿੰਨੀ ਕੁ ਹੈ। ਕਹਿੰਦੇ ਅਸੀਂ ਹੈਰਾਨ ਹੋ ਗਏ, ਅਸੀਂ ਐਡਵੋਕੇਟ ਸੀਗੇ, ਵੀ ਇਹ ਸਾਡੇ ਮਨ ਦੀ ਗੱਲ ਕਿੱਕਣ ਜਾਣ ਲਈ ਨੇ, ਜੋ ਅਸੀਂ ਮਨ 'ਚ ਸੋਚ ਕੇ ਗਏ ਸੀ ਉਹਨੇ ਮੂਹਰੇ ਤੋਂ ਕਹਿ ਦਿੱਤੀ। ਤੋ ਇਹ ਹੁੰਦੀ ਹੈ ਪ੍ਰਕੰਮਿਆ। ਈਸਤਾਂ, ਈਸਤਾਂ ਹੁੰਦੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ ਦੇ ਦੇਣੀ, ਆਪਣੇ ਨਾਲ ਜੋੜ ਲੈਣਾ। ਵਸਤਾ ਹੁੰਦੀ ਹੈ ਸਭ ਨੂੰ ਕਾਬੂ ਕਰ ਲੈਣਾ। ਇਹ ਸਾਰੀਆਂ ਸਿੱਧੀਆਂ, ਇਹਨਾਂ 'ਚੋਂ ਵੀ ਚਾਰ ਫਿਰ ਅੱਗੇ ਪ੍ਰਮੁੱਖ ਹੈ, ਜਿਹੜੀਆਂ ਪਹਿਲੀਆਂ ਚਾਰ ਹੈ। ਕਬੀਰ ਜੀ ਦਾ ਬਚਨ ਸੁਣੀਏ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਵੱਧ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਇਹ ਜਿਹੜੀ ਦੁਆਇਤ ਹੈ, ਡੁਐਲਟੀ ਹੈ, ਇਹ ਸੰਸਾਰ ਦੇ ਵਿੱਚ ਬਹੁਤ ਭਾਰੀ ਹੈ, ਅਵੱਧ ਹੈ, ਇਹਨੂੰ ਵੰਡਿਆ ਨਹੀਂ ਜਾ ਸਕਦਾ, ਇਹਦਾ ਵੱਧ ਨਹੀਂ ਕਰਿਆ ਜਾ ਸਕਦਾ, ਯਾਨੀ ਇਹ ਮਾਰੀ ਨਹੀਂ ਜਾ ਸਕਦੀ। 6 ਸ਼ਾਸਤਰ ਔਰ 84 ਸਿੱਧ ਇਹਦੇ ਸੰਸਿਆਂ ਵਿੱਚ ਪਏ ਹੋਏ ਨੇ, ਯਾਨੀ ਸਾਰੇ ਜਿੰਨੇ ਵੀ 84 ਸਿੱਧ ਹੈ ਉਹਨਾਂ ਸਾਰਿਆਂ ਨੂੰ ਸ਼ੰਕਿਆਂ ਵਿੱਚ ਪਾਇਆ ਹੋਇਆ ਪਰਮਾਤਮਾ ਨੇ, ਕਿਉਂਕਿ ਡੁਐਲਟੀ ਪਾਈ ਹੋਈ ਹੈ ਅੰਦਰ। ਤੋ ਸਿੱਧਾਂ ਦੀ ਕੋਈ ਮਾਨਤਾ ਗੁਰਬਾਣੀ ਨੇ ਨਹੀਂ ਕਰੀ ਹੈ, ਲੋਕ ਭਾਵੇਂ ਕਰਦੇ ਹੋਣ। ਸਿੱਧ ਵੀ ਇੰਨੀਆਂ ਸ਼ਕਤੀਆਂ ਹੁੰਦੇ ਹੋਏ ਭਟਕੇ ਹੋਏ ਸੀਗੇ ਔਰ ਬੇਚੈਨ ਸੀਗੇ। ਗੁਰਬਾਣੀ ਸਹਿਜ ਦਾ ਮਾਰਗ ਹੈ। ਜਦੋਂ ਸੁਮੇਰ ਪਰਬਤ 'ਤੇ ਗੁਰੂ ਪਾਤਸ਼ਾਹ ਗਏ ਹੈ, ਛੋਟੀ ਉਮਰ ਬਾਲੀ, ਔਰ ਉਹ ਬੜੀਆਂ ਉਮਰਾਂ ਦੇ, ਲੰਮੇਰੀਆਂ ਉਮਰਾਂ ਦੇ ਭਗਤੀਆਂ ਕਰਕੇ ਬੈਠੇ ਉੱਪਰ ਚੜ੍ਹੇ ਹੋਏ। ਪਹਿਲਾਂ ਤਾਂ ਇਹ ਕਿਹਾ ਵੀ ਤੁਸੀਂ ਇੱਥੇ ਕਿਵੇਂ ਆ ਗਏ, ਇੱਥੇ ਤਾਂ ਪਹੁੰਚ ਜਗ੍ਹਾ ਹੈ, ਤਾਂ ਅਸੀਂ ਤਾਂ ਆਪਣੀ ਸ਼ਕਤੀਆਂ ਨਾਲ ਆਏ, ਤੁਸੀਂ ਕਿਵੇਂ ਆ ਗਏ। ਤਾਂ ਗੁਰੂ ਸਾਹਿਬ ਕਹਿੰਦੇ ਸਾਨੂੰ ਤਾਂ ਭਾਈ ਸਾਧ ਸੰਗਤ ਦੀ ਓਟ ਹੈ, ਉਸ ਤੋਂ ਬਿਨਾਂ ਕੋਈ ਰਾਈ ਭਰ ਵੀ ਓਟ ਨਹੀਂ ਹੈ। ਫਿਰ ਸਾਰਾ ਫਲਸਫਾ ਪੁੱਛਿਆ ਉਹਨਾਂ ਤੋਂ, ਬਾਲਾ ਕਹਿ ਕੇ ਸੰਬੋਧਨ ਕਰਿਆ ਬਈ, ਕਿਉਂਕਿ ਛੋਟੀ ਉਮਰ ਦੇ ਸੀਗੇ। ਪੁੱਛਿਆ ਸਾਰਾ ਵੀ ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਇਹ ਕਿਵੇਂ ਹੈ ਜੀ, ਇਸ ਸਿਧਾਂਤ ਨੂੰ ਸਮਝਾਓ। ਸਿੱਧ ਗੋਸ਼ਟ ਵੀ ਸਾਰੀ ਬਾਤ ਆਈ ਹੋਈ ਹੈ, ਕਈ ਵਾਰ ਵਿਚਾਰਾਂ ਹੋ ਰਹੀਆਂ ਵੀ ਕੋਈ ਸ਼ਕਤੀ ਨਹੀਂ, ਕੋਈ ਕੁਛ ਨਹੀਂ, ਸ਼ਬਦ ਨਾਲ ਜੁੜ ਜਾਓ, ਨਾਮ ਨੂੰ ਜਪੋ, ਰਾਮ ਨੂੰ ਸੁਣੋ, ਨਾਮ ਨੂੰ ਧਿਆਓ, ਉਸ ਤੋਂ ਬਾਅਦ ਤੁਹਾਨੂੰ ਸਹਿਜ ਪ੍ਰਾਪਤ ਹੋ ਜਾਊਗਾ। ਅੱਜ ਜਿਹੜਾ ਕੋਈ ਤੁਸੀਂ ਬੇਚੈਨ ਹੋਈ ਬੈਠੇ ਹੈ, ਦੁਨੀਆ ਤੋਂ ਦੂਰ ਹਟ ਕੇ ਫਿਰ ਰੋਟੀਆਂ ਮੰਗਣ ਖਾਤਰ ਫਿਰ ਉਹਨਾਂ ਦੇ ਘਰ ਪਰ ਜਾਂਦੇ ਹਾਂ, ਜਿਹਨੂੰ ਬੁਰਾ ਕਹਿੰਦੇ ਆ, ਵੀ ਇਹਨੂੰ ਛੱਡ ਦਿਓ, ਆਓ ਹੇਠਾਂ ਉਤਰੋ, ਦੁਨੀਆ ਦੇ ਵਿੱਚ ਆ ਜਾਓ। ਤੋ ਸਾਧ ਸੰਗਤ ਜੀਓ, ਇਹ ਜਿਹੜੇ ਸਿੱਧ ਪੁਰਸ਼ ਹੈ, ਇਹ ਵੀ ਇੱਕ ਪਤੰਜਲੀ ਦੇ ਚੇਲੇ ਯੋਗੀ ਔਰ ਗੋਰਖ ਦੇ ਚੇਲੇ ਨਾਥ, ਕਨਪਾਟੇ ਕਹਿੰਦੇ ਜਿਹਨੂੰ, ਇਹ ਸਾਰੇ ਹੀ ਸੁਣਨ ਨੂੰ ਤਾਂ ਮੰਨਦੇ ਆ ਪਰ ਪਰਮਾਤਮਾ ਨੂੰ ਨਹੀਂ ਮੰਨਦੇ। ਇਹਨਾਂ ਦਾ ਸੁਣ ਹੋਰ ਹੈ, ਗੁਰਬਾਣੀ ਦਾ ਸੁਣ ਹੋਰ ਹੈ। ਗੁਰਬਾਣੀ ਰੱਬ ਨੂੰ ਹੀ ਸੁਣ ਕਹਿੰਦੀ ਹੈ, ਫਰਮਾਉਂਦੀ ਹੈ। ਇਹ ਸੁਣ ਹੋਰ ਇਹਨਾਂ ਨੇ ਆਪਣੇ ਮਨ 'ਚ ਬਣਾਇਆ ਹੋਇਆ, ਸ਼ੂਨਿਆ ਕਹਿੰਦੇ ਜਿਹਨੂੰ, ਮਤਲਬ ਪਰਮਾਤਮਾ ਨੂੰ ਤਾਂ ਇਹ ਖੰਡਨ ਕਰਦੇ ਆ, ਸੁਣ ਨੂੰ ਮੰਨਦੇ ਆ। ਤੋ ਉਹਦਾ ਜ਼ਿਕਰ ਗੁਰਬਾਣੀ 'ਚ ਆਉਂਦਾ ਹੈ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੈ ਪਾਓ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ ਵੀ ਜੇ ਮੈਂ ਸਿੱਧ ਵੀ ਹੋ ਜਾਵਾਂ ਔਰ ਸਿੱਧੀਆਂ ਮੇਰੇ ਅੱਗੇ ਚੱਲਣ, ਮੈਂ ਸਿੱਧੀਆਂ ਨੂੰ ਵਰਤ ਲਵਾਂ, ਔਰ ਰਿੱਧੀਆਂ ਮੇਰੇ ਕੋਲ ਆ ਜਾਵੇਂ, ਗੁਪਤ ਪ੍ਰਗਟ ਹੋ ਕੇ ਬਹਿ ਜਾਵਾਂ, ਲੋਕ ਡਰ ਰੱਖੇ ਮੇਰੇ ਤੋਂ। ਵੀ ਦੇਖੋ ਜੀ, ਇਹ ਤਾਂ ਗੁਪਤ ਵੀ ਹੋ ਜਾਂਦਾ, ਇਹਦੇ ਬੜੀਆਂ ਕਲਾ ਸ਼ਕਤੀਆਂ ਔਰ ਸਿੱਧੀਆਂ ਦਿਖਾਉਂਦਾ ਲੋਕਾਂ ਨੂੰ। ਪਰ ਗੁਰੂ ਸਾਹਿਬ ਫਰਮਾਉਂਦੇ ਆ ਵੀ ਤੇਰੀ ਕੀਮਤ ਨਹੀਂ ਪਾ ਸਕਦਾ ਇਹੋ ਜਿਹਾ ਬੰਦਾ, ਤੇਰੇ ਤੋਂ ਉਹਨੇ ਦੂਰ ਜਾਣਾ ਹੀ ਜਾਣਾ, ਕਿਉਂਕਿ ਇਹ ਰਿੱਧੀਆਂ ਸਿੱਧੀਆਂ ਅਵਰਾ ਸਾਧ ਹੈ, ਗੁਣਗਾਨ ਨਹੀਂ ਕਰ ਸਕਦੀਆਂ ਇਹ ਰੱਬ ਦਾ। ਸਾਧ ਸੰਗਤ ਜੀ, ਇਹ ਜਿਹੜੀਆਂ ਸਿੱਧੀਆਂ, ਇਹਨਾਂ ਦੇ ਵਿੱਚੋਂ 3 ਦੈਵੀ ਸ਼ਕਤੀਆਂ ਬੜੀਆਂ ਮਸ਼ਹੂਰ ਹੈ।
ਇੱਕ ਨੂੰ ਕਹਿੰਦੇ ਕਲੇਅਰ ਵੋਇੰਸ। ਕਲੇਅਰ ਵੋਇੰਸ ਹੁੰਦੀ ਹੈ ਜੀ, ਅਮਰੀਕਾ 'ਚ ਕੋਈ ਬੰਦਾ ਬੈਠਾ ਉਹਦੇ ਮਨ ਦੀ ਗੱਲ ਇੱਥੇ ਬੈਠਿਆਂ ਜਾਣ ਲੈਣੀ। ਦੂਜੀ ਹੈ ਲੈਵੀਟੇਸ਼ਨ, ਧਰਤੀ ਤੋਂ ਉੱਪਰ ਉੱਠ ਜਾਣਾ, ਪਹਿਲਾਂ ਵਿਚਾਰ ਹੋ ਲਈ। ਤੀਜੀ ਹੈ ਬਾਈ ਲੋਕੇਸ਼ਨ। ਬਾਈ ਲੋਕੇਸ਼ਨ ਹੁੰਦੀ ਹੈ ਇੱਕੋ ਵਕਤ ਦੋ ਤਿੰਨ ਜਗ੍ਹਾ ਪ੍ਰਗਟ ਹੋ ਜਾਣਾ। ਮਸਕੀਨ ਜੀ ਨੇ ਇੱਕ ਮਿਸਾਲ ਦਿੱਤੀ ਹੈ ਕਿਸੇ ਸਿੱਧ ਦੀ, ਜਦੋਂ ਉਹ ਮੁਕੇਰੀਆਂ ਤੋਂ ਜੰਮੂ ਜਾ ਰਹੇ ਸੀ, ਗੱਡੀ 'ਚ ਜਗ੍ਹਾ ਨਹੀਂ ਸੀ। ਉਹ ਕਹਿੰਦਾ ਜਾਣਾ ਵੀ ਤੁਹਾਡੇ ਨਾਲ ਹੈ। ਮਸਕੀਨ ਜੀ ਕਹਿੰਦੇ ਮੈਂ ਉਤਰ ਜਾਂਦਾ, ਕਹਿੰਦੇ ਨਾ ਤੁਹਾਡੇ ਨਾਲ ਜਾਣਾ। ਤਾਂ ਮੁੱਕਦੀ ਗੱਲ, ਮਸਕੀਨ ਜੀ ਰਵਾਨਾ ਹੋ ਗਏ, ਉਹ ਉੱਥੇ ਹੀ ਰਿਹਾ। ਜਦੋਂ ਅੱਗੇ 20-50 ਮੀਲ 'ਤੇ ਜਾ ਕੇ ਬੈਠੇ, ਡੇਰਾ ਕਰਿਆ, ਤਾਂ ਉਹ ਸਿੱਧ ਮੂਹਰੇ ਖੜ੍ਹਾ ਫੇਰ। ਇਹਨੂੰ ਕਹਿੰਦੇ ਬਾਈ ਲੋਕੇਸ਼ਨ। ਇੱਕੋ ਸਮੇਂ ਦੋ ਤਿੰਨ ਜਗ੍ਹਾ ਪ੍ਰਗਟ ਹੋ ਜਾਣਾ। ਲੋਕ ਕਹੇ ਉਹ ਤਾਂ ਇੱਥੇ ਸੀਗਾ ਇੰਨੇ ਟਾਈਮ ਨਾਲ, ਅਮਰੀਕਾ ਵਾਲੇ ਕਹੇ ਇੱਥੇ ਸੀਗਾ, ਰਸ਼ੀਆ ਵਾਲੇ ਕਹੇ ਉਹ ਤਾਂ ਇੱਥੇ ਸੀਗਾ। ਇਹ ਬਾਈ ਲੋਕੇਸ਼ਨ ਹੈ। ਇਹ ਸਿੱਧੀਆਂ ਜਿਹੜੀਆਂ ਹੈ ਇਹ ਤਾਕਤਾਂ ਜ਼ਰੂਰ ਹੈਗੀਆਂ। ਇਹਨੂੰ ਕਾਲੇ ਇਲਮ 'ਚ ਰੱਖਿਆ ਜਾਂਦਾ, ਕਿਉਂਕਿ ਦੁਨੀਆ ਨੂੰ ਬੁੱਧੂ ਬਣਾਇਆ ਜਾਂਦਾ ਇਹਨਾਂ ਸ਼ਕਤੀਆਂ ਦੇ ਨਾਲ। ਨਾਮ ਕਿਸੇ ਨੂੰ ਬੁੱਧੂ ਨਹੀਂ ਬਣਾਉਂਦਾ। ਸਿੱਧੀਆਂ ਦੀ ਮਾਨਤਾ ਇਸੀ ਕਰਕੇ ਗੁਰਮਤ ਨੇ ਇਹਨਾਂ ਦਾ ਖੰਡਨ ਕਰਿਆ, ਇਹਨਾਂ ਨੂੰ ਵਰਜਿਆ ਵੀ ਇਹ ਨਹੀਂ ਕਰਨੀਆਂ ਪ੍ਰੈਕਟਿਸ ਕਦੇ ਵੀ। ਇਹ ਮਿਸਟਿਕ ਸ਼ਕਤੀਆਂ ਹੈ, ਇਹਨਾਂ 'ਚ ਬਹੁਤ ਪੈਰਾਨੋਰਮਲ ਪਾਵਰ ਹੁੰਦੀ ਹੈ, ਡਿਵਾਈਨ ਨਹੀਂ ਹੈ ਇਹ। ਜੇ ਡਿਵਾਈਨ ਹੋਵੇ ਫਿਰ ਤਾਂ ਗੁਰਮਤ ਵੀ ਪ੍ਰਵਾਨ ਕਰੇ। ਇਹ ਹੈਗੀਆਂ ਤ੍ਰੈਗੁਣਾ ਵਿੱਚ ਸੋਫਿਸਟੀਕੇਟਡ ਸ਼ਕਤੀਆਂ ਹੁੰਦੀਆਂ। ਤੋ ਇਹਨਾਂ ਨੂੰ ਇਸ ਤਰ੍ਹਾਂ ਸਮਝ ਲਿਓ ਸਾਧ ਸੰਗਤ ਜੀ, ਵੈਸੇ ਤਾਂ ਸਮਝਣਾ ਮੁਸ਼ਕਲ ਹੈ। ਇੱਕ ਵਾਰੀ ਕੋਈ ਪਟਿਆਲੇ ਤੋਂ ਕੈਮਿਸਟਰੀ ਦੇ PhD ਸੀਗੇ, ਉਹਨਾਂ ਨੇ ਸਵਾਲ ਕਰਿਆ ਸੀ ਦਾਸਰੇ ਨੂੰ ਫੋਨ 'ਤੇ, ਬਈ ਜੀ ਤੁਸੀਂ ਕੋਈ ਦੇਖਿਆ ਇਹੋ ਜਿਹਾ ਬੰਦਾ ਜਿਹਦੇ ਕੋਲ ਇੰਨੀਆਂ ਏਕਣ ਦੀਆਂ ਸ਼ਕਤੀਆਂ ਹੋਵੇ? ਮੈਂ ਕਿਹਾ ਭਾਈ ਬਾਤ ਸੁਣ ਲੈ, ਜਦ ਅਸੀਂ ਛੋਟੇ ਸੀਗੇ ਜਾਦੂਗਰ ਆਉਂਦੇ ਹੁੰਦੇ ਸੀ ਪਿੰਡਾਂ 'ਚ। ਵੀ ਇੱਕ ਵਾਰ ਇੱਕ ਆ ਗਿਆ, ਅਸੀਂ 10ਵੀਂ 'ਚ ਪੜ੍ਹਦੇ ਸੀ, ਐਡੇ ਛੋਟੇ ਵੀ ਨਹੀਂ ਸੀਗੇ। ਉਹ ਕਹਿੰਦੇ ਜੀ ਟੋਕਰਾ ਲਿਆਓ ਇੱਕ। ਮੈਂ ਹੀ ਟੋਕਰਾ ਲਿਆਇਆ, ਚੱਕ ਕੇ ਮੂੰਹਦਾ ਕਰਾਤਾ, ਦੇਖੋ ਖਾਲੀ ਹੈ, ਬਿਲਕੁਲ ਖਾਲੀ ਹੈ। ਹੋਰ ਵੀ ਇਕੱਠੇ ਹੋ ਗਏ 10-20 ਬੰਦੇ। 2 ਮਿੰਟ ਬਾਅਦ ਕਹਿੰਦੇ ਹੁਣ ਚੱਕ ਕੇ ਦੇਖੋ। ਜਦ ਚੱਕ ਕੇ ਦੇਖਿਆ, ਜਿਹੜਾ ਗਿੱਦੜ ਬੈਠਾ ਉਹਦੇ, ਸਾਰੇ ਡਰ ਕੇ ਪਿੱਛੇ ਹਟ ਗਏ ਇੱਕਦਮ, ਦਾਸਰਾ ਵੀ ਹਟ ਗਿਆ। ਉਸ ਤੋਂ ਬਾਅਦ ਕਹਿੰਦੇ 2 ਮਿੰਟ ਬਾਅਦ ਵੀ ਹੁਣ ਚੱਕੋ, ਫਿਰ ਖਾਲੀ। ਮੂੰਹ ਤੋਂ ਸੂਲਾਂ ਕੱਢ ਦਿੱਤੀਆਂ ਐਡੀਆਂ ਐਡੀਆਂ ਵੱਡੀਆਂ ਕੰਡੇ। ਇੱਕ ਰੇਡੀਓ ਬੋਲਣ ਲਾਤਾ ਨਕਲੀ ਬਣਾ ਕੇ। ਪਤਾ ਨਹੀਂ ਕਿਆ ਇਹਨਾਂ ਦੇ ਕੋਲ ਹੈਗਾ ਜਾਦੂਗਰੀ। ਇਹ ਕਰਦੇ ਆ ਇਸ ਤਰ੍ਹਾਂ। ਭਾਰਤ ਦੇ ਵਿੱਚ ਖਾਸ ਕਰਕੇ ਅਸਾਮ ਦੇ ਸੂਬੇ 'ਚ ਇਹ ਬਹੁਤ ਪ੍ਰੈਕਟਿਸ ਹੁੰਦਾ ਰਿਹਾ। ਹੁਣ ਭਾਵੇਂ ਘਟ ਗਿਆ, ਸਾਇੰਸ ਦਾ ਬੋਲਬਾਲਾ ਹੋ ਗਿਆ। ਇਹ ਅਸਲੀਅਤ ਨਹੀਂ ਹੁੰਦੀ ਹੈ। ਇਹਨਾਂ ਨੂੰ ਹੀ ਪਤਾ ਵੀ ਉਹ ਕਿਵੇਂ ਕਰਦੇ। ਤਰਕਸ਼ੀਲਾਂ ਨੇ ਇਹਨਾਂ ਦੀਆਂ ਖੋਜਾਂ ਕਰ ਵੀ ਲਈਆਂ, ਕਰਕੇ ਵੀ ਦਿਖਾਉਣ ਲੱਗ ਗਏ ਤਰਕਸ਼ੀਲ ਵੀ। ਆਹ ਦੇਖੋ ਇਹਦੇ 'ਚ ਗੁਪਤ ਗੱਲ ਹੈ, ਰੂਹਾਨੀ ਕੁਛ ਨਹੀਂ ਗੱਲ ਹੁੰਦੀ, ਉਹ ਸਿਰਫ ਅੱਖਾਂ ਦਾ ਹੀ ਹੇਰ ਫੇਰ ਹੁੰਦਾ, ਦੇਖਣ ਦਾ ਹੀ। ਔਰ ਸਾਨੂੰ ਉਹ ਨਜ਼ਰ ਨਹੀਂ ਆਉਂਦਾ ਹੁੰਦਾ, ਉਹ ਕਰਦੇ ਇਸ ਤਰੀਕੇ ਨਾਲ ਹੁੰਦੇ। ਸਾਡੇ ਪਿੰਡ ਵੀ ਇੱਕ ਵਾਰ ਆਏ ਸੀਗੇ ਤਰਕਸ਼ੀਲ, ਉਹਨਾਂ ਨੇ ਉਹ 2-4 ਬਾਤਾਂ ਕਰਕੇ ਦਿਖਾਈਆਂ ਸੀ, ਜਿਹੜੀਆਂ ਲੱਗਦੀਆਂ ਸੀ ਵੀ ਇਹ ਤਾਂ ਕੋਈ ਸੁਪਰ ਨੈਚੁਰਲ ਗੱਲਾਂ ਹੈ। ਫਿਰ ਉਹਨਾਂ ਨੇ ਉਹ ਕਰਕੇ ਦਿਖਾਈਆਂ ਸਾਹਮਣੇ ਵੀ ਆਹ ਦੇਖੋ ਅਸੀਂ ਇਸ ਤਰ੍ਹਾਂ ਇਹ ਉਹਦੇ ਨਾਲ ਕਰੀਆਂ, ਤੁਹਾਨੂੰ ਇਹਦਾ ਪਤਾ ਨਹੀਂ ਲੱਗਿਆ। ਇਹੀ ਕੁਛ ਹੁੰਦਾ ਹੈ, ਭਾਨ ਬਤਾਈ ਕਹਿੰਦੇ ਨੇ। ਤੋ ਇਹ ਜਿਹੜੀ ਸਿੱਧੀਆਂ ਵੀ ਭਾਨ ਬਤਾਈ ਹੈ, ਹੋਰ ਕਿਆ ਹੈ। ਪਰ ਸਾਨੂੰ ਸਾਇੰਟੀਫਿਕ ਨਜ਼ਰੀਆ ਰੱਖਣਾ ਚਾਹੀਦਾ ਹੈ, ਰੂਹਾਨੀਅਤ ਦੀ ਉਹ ਗੱਲ ਕਰਨੀ ਚਾਹੀਦੀ ਹੈ, ਨਾ ਕਿ ਸਿੱਧੀਆਂ ਦੀ ਵੱਲ। ਤੋ ਇਹ ਜਿਹੜੇ ਸਿੱਧ ਪੁਰਸ਼ ਸੀਗੇ, ਇਹ ਧਾਰਮਿਕ ਫਲਸਫੇ ਦੇ ਚੰਗੇ ਜਾਣੂ ਹੁੰਦੇ ਸੀਗੇ, ਪੜ੍ਹੇ ਵੇ ਹੁੰਦੇ ਸੀਗੇ। ਅਤੇ ਇਹਨਾਂ 'ਚੋਂ ਕੋਈ ਵਿਰਲਾ ਵਿਰਲਾ ਪੁੱਗਿਆ ਵਾ ਹੁੰਦਾ ਸੀ, ਬਾਕੀ ਤਾਂ ਸਾਰੇ ਹੀ 99% ਝੂਠ ਬੋਲ ਕੇ ਆਪਣੀ ਰੋਜ਼ੀ ਰੋਟੀ ਖਾਤਰ ਇਹ ਸਿੱਧੀਆਂ ਦਿਖਾਉਂਦੇ ਹੁੰਦੇ ਸੀ, ਭਾਨ ਬਤਾਈ ਕਰਦੇ ਹੁੰਦੇ ਸੀ। ਔਰ ਅੱਜ ਕੱਲ੍ਹ ਦੇ ਤਾਂਤਰਿਕਾਂ ਦੇ ਕਾਲੇ ਕਾਰਨਾਮੇ ਅਖਬਾਰਾਂ 'ਚ ਨਿਕਲਦੇ ਰਹਿੰਦੇ ਆ, ਹੁੰਦਾ ਕੁਛ ਵੀ ਨਹੀਂ, ਲੋਕ ਉੱਲੂ ਬਣ ਜਾਂਦੇ। ਤੋ ਸਾਧ ਸੰਗਤ ਜੀਓ, ਇਹ ਤਾਂ ਹੋ ਗਈਆਂ ਸਿੱਧੀਆਂ ਦੀ ਗੱਲ। ਤੋ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧਾਂ ਨੇ ਬਹੁਤ ਬਹੁਤ ਕਿਸਮ ਦੇ ਸਵਾਲ ਕਰੇ, ਤਾਂ ਉਹਨਾਂ ਨੇ ਬਹੁਤ ਸਰਲਤਾ ਦੇ ਨਾਲ, ਸਹਿਜ ਦੇ ਨਾਲ ਜਵਾਬ ਦਿੱਤੇ। ਔਰ ਅਖੀਰ ਨੂੰ ਉਹ ਕਾਇਲ ਹੋਏ। ਕਾਇਲ ਹੋਣ ਤੋਂ ਪਹਿਲਾਂ ਸ਼ਿਵਰਾਤ ਦੇ ਮੇਲੇ ਦੇ ਉੱਤੇ ਉਹਨਾਂ ਨੇ ਜਦ ਦੇਖਿਆ, ਸਾਰੀਓ ਖਲਕਤ ਬਾਬੇ ਵੱਲ ਚਲੀ ਗਈ ਹੈ। ਸਾਦਾ ਜਿਹਾ ਬਾਣਾ ਪਾਇਆ ਹੋਇਆ, ਕੋਈ ਚੰਗਾ ਇਹਨਾਂ ਨੇ ਲਿਬਾਸ ਵੀ ਨਹੀਂ ਪਾਇਆ ਸਾਧਾਂ ਵਾਲਾ। ਖੇਤੀ ਕਰਦੇ ਕਰਦੇ ਉੱਠ ਕੇ ਕਰਤਾਰਪੁਰ ਸਾਹਿਬ ਤੋਂ ਉੱਥੇ ਚਲੇ ਗਏ ਸੀ। ਹਾਲਾਂਕਿ ਪਹਿਲਾਂ ਲਿਬਾਸ ਪਾਇਆ ਹੋਇਆ ਸੀ ਜਦ ਸੁਮੇਰ 'ਤੇ ਮਿਲੇ। ਤੋ ਸਾਰੇ ਲੋਕ ਜਦ ਉੱਧਰ ਨੂੰ ਹੋ ਗਏ, ਬਰਸਣ ਲੱਗੀ ਲੱਛਮੀ,
ਉੱਥੇ ਪੈਸੇ ਦਾ ਢੇਰ ਲੱਗ ਗਿਆ, ਲੋਕ ਉੱਧਰ ਮੱਥਾ ਟੇਕਣ ਲੱਗ ਗਏ। ਸਿੱਧਾ ਨੂੰ ਰਸਕ ਹੋ ਗਈ, ਈਰਖਾ ਹੋਈ। ਫਿਰ ਸਿੱਧਾ ਨੇ ਆਪਣੀਆਂ ਸਿੱਧੀਆਂ ਦਿਖਾਈਆਂ ਉੱਥੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕਰਿਆ ਉਹਨਾਂ ਦਾ। ਕਿਸੇ ਨੇ ਅੱਗ ਕੱਢੀ ਮੂੰਹ ਤੋਂ, ਕਿਸੇ ਨੇ ਸੱਪ ਬਣ ਕੇ ਫੰਕਾਰੇ ਮਾਰੇ ਡਰਾਉਣ ਖਾਤਰ, ਕਿਸੇ ਨੇ ਸ਼ੇਰ ਸਿੰਘ ਬਣ ਕੇ ਝੰਗਾੜਾਂ ਮਾਰੀਆਂ ਉੱਚੀ ਉੱਚੀ ਬੋੜਾਂ ਵੀ ਡਰ ਜਾਣ ਬਾਬਾ, ਕਿਸੇ ਨੇ ਪੰਛੀ ਬਣ ਕੇ ਉੱਪਰ ਹਵਾ 'ਚ ਡਾਰੀਆਂ ਲਾਈਆਂ, ਔਰ ਇੱਕ ਦੋ ਸਿੱਧਾਂ ਨੇ ਪਾਣੀ ਦੇ ਉੱਪਰ ਮਿਰਗਾਨੀ ਪਰ ਬੈਠ ਕੇ ਤਾਰੀ ਸ਼ੁਰੂ ਕਰਤੀ ਡਰਾਉਣ ਖਾਤਰ। ਪਰ ਬਾਬਾ ਕਿੱਥੇ ਡਰਨ ਵਾਲੇ ਸੀਗੇ, ਉਹ ਤਾਂ ਨਾਮ ਦੇ ਪੁਜਾਰੀ ਸੀਗੇ, ਆਸ਼ਕ ਸੀਗੇ। ਸਹਿਜ ਸੁਭਾਅ ਦੇਖਦੇ ਰਹੇ ਸਾਰਾ ਕੁਛ। ਜਦ ਦੇਖਿਆ ਸਿੱਧਾਂ ਨੇ ਵੀ ਇਹਦੇ ਪਰ ਤਾਂ ਕੋਈ ਅਸਰ ਹੀ ਨਹੀਂ ਹੈ, ਫੇਰ ਚਰਨਾਂ ਨੂੰ ਗਿਰੇ। ਤੋ ਨਾਮ ਦੀ ਸ਼ਕਤੀ ਬੜੀ ਹੈ ਸਾਧ ਸੰਗਤ ਜੀ। ਇਹ ਤਾਂ ਸਾਰੀਆਂ ਹੀ ਉਰੇ ਹੀ ਰਹਿ ਜਾਂਦੀਆਂ, ਨਾਮ ਤੋਂ ਹੇਠਾਂ ਹੀ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਇਹ ਸਭ ਕੁਝ ਜੋ ਦੁਨੀਆ ਕਰਦੀ ਹੈ ਤੇ ਉੱਪਰ ਨਾਮ ਹੈ, ਇਹੀ ਮਾਰਗ ਸ੍ਰੇਸ਼ਟ ਹੈ। ਫਿਰ ਕਿਹਾ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ, ਅਖੀਰ ਨੂੰ ਦੇਖ ਕੇ। ਔਰ ਸਮਾਪਤੀ ਕਰਨ ਤੋਂ ਪਹਿਲਾਂ ਸਾਧ ਸੰਗਤ ਜੀਓ, ਆਪਣੇ ਮਨ ਵਿੱਚ ਇਹ ਹੈ ਵੀ ਜਿਹੜੇ 6 ਜਤੀ ਹੈ, 9 ਨਾਥ ਹੈ, ਇਹ ਬਹੁਤ ਵੱਡੀਆਂ ਸ਼ਕਤੀਆਂ ਵਾਲੇ ਹੈ। ਗੁਰਬਾਣੀ ਤੋਂ ਰੋਸ਼ਨੀ ਲਈਏ ਵੀ ਗੁਰਬਾਣੀ ਇਹਨਾਂ ਦੇ ਬਾਰੇ 'ਚ ਕਿਆ ਫਰਮਾਉਂਦੀ ਹੈ। ਕਬੀਰ ਜੀ ਦਾ ਬਚਨ ਸੁਣੋ। 6 ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ। 6 ਜਤੀ ਕਿਹੜੇ ਕਿਹੜੇ ਮੰਨੇ ਜਾਂਦੇ? ਹਨੂੰਮਾਨ ਜੀ, ਲਛਮਣ, ਭੀਸ਼ਮ ਪਿਤਾਮਾ, ਭੈਰੋਂ, ਗੋਰਖ, ਦੱਤਾਤਰੇ। ਇਹ 6 ਜਤੀ ਹੈ। ਇਹਨਾਂ ਨੂੰ ਕਬੀਰ ਜੀ ਨੇ ਗੁਰਬਾਣੀ ਵਿੱਚ ਮਾਇਆ ਦੇ ਬੰਦੇ ਦੱਸਿਆ। ਆਪਾਂ ਜੋ ਮਰਜ਼ੀ ਸਮਝੀਏ, ਆਪਣੀ ਸਮਝ ਕੱਚੀ ਹੈ, ਖਾਮ ਹੈ। ਔਰ ਜਿਹੜੇ 9 ਨਾਥ ਹੈ, ਬੜੇ ਨਾਥ ਤਾਂ ਬਹੁਤ ਹੈ ਵੈਸੇ, ਪਰ ਜਿਹੜੇ ਬੜੇ 9 ਨਾਥ ਹੈ, ਗੋਰਖ ਵਰਗੇ, ਮਛੰਦਰ ਵਰਗੇ, ਸੂਰਜ ਔਰ ਚੰਦ ਵੀ, ਇਹ ਸਭ ਮਾਇਆ ਦੇ ਬੰਦੇ ਹੈ, ਮਾਇਆ ਵਿੱਚ ਹੈ, ਮਾਇਆ ਤੋਂ ਬਾਹਰ ਨਹੀਂ ਹੈ। ਜਿਹੜਾ ਡਿਵਾਈਨ ਪਰਸਨ ਹੈ ਉਹ ਤਾਂ ਕੋਈ ਵਿਰਲਾ ਵਿਰਲਾ ਹੁੰਦਾ ਸੰਤ। ਸੰਸਾਰ ਨੂੰ ਭਰਮਾਉਣ ਖਾਤਰ ਗੁਰੂ ਸਾਹਿਬ ਨੇ ਹੁਕਮ ਵਿੱਚ ਇਹ ਉਹਨਾਂ ਦੀ ਬਾਹਰ ਨਹੀਂ ਹੈ। ਇਹ ਰਿਧੀਆਂ ਸਿੱਧੀਆਂ ਨਿਧੀਆਂ ਸਭ ਉਹਦੇ ਹੁਕਮ ਵਿੱਚ ਹੈ। ਚਲੋ ਅਸੀਂ ਤਾਂ ਆਪਣੇ ਆਪ ਨੂੰ ਕਟਾਉਣ ਖਾਤਰ ਦੁੱਖਾਂ ਨੂੰ ਹਨੂੰਮਾਨ ਜੀ ਦਾ ਚਾਲੀਸਾ ਪੜ੍ਹਦੇ ਹਾਂ। ਤਾਂ ਗੁਰਬਾਣੀ ਕਿਆ ਫਰਮਾਉਂਦੀ ਹੈ, ਇਹ ਆਪ ਜੀ ਦੇ ਸਾਹਮਣੇ ਆ ਗਈ ਗੱਲ। ਤਾਂ ਗੁਰਮਤਿ ਦਾ ਨਜ਼ਰੀਆ ਤਾਂ ਹੋਰ ਹੈ ਭਾਈ। ਕੇਵਲ ਰਾਮ ਨੂੰ ਯਾਦ ਕਰੋ, ਵਾਹਿਗੁਰੂ ਨੂੰ ਯਾਦ ਕਰੋ, ਹੋਰ ਕੁਛ ਨਹੀਂ। ਸਭ ਹਾਥੀ ਦੀ ਪੈੜ 'ਚ ਸਾਰੀਆਂ ਹੀ ਪੈੜਾਂ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ 9 ਨਿਧੀਆਂ ਵੀ ਹੈ, ਸਿੱਧੀਆਂ ਵੀ ਹੈ, ਸਾਰੀਆਂ ਸ਼ਕਤੀਆਂ ਵੀ ਹੈ, ਸਭ ਕੁਛ ਹੈ। ਜੇ ਬੰਦਾ ਨਾਮ ਨਾਲ ਜੁੜ ਗਿਆ ਤਾਂ ਸਭ ਕੁਛ ਹੈ, ਨਹੀਂ ਕੁਛ ਵੀ ਪੱਲੇ ਨਹੀਂ ਹੈ। ਉਹ ਛੋਟੀਆਂ ਗੱਲਾਂ ਜਿਹੜੀਆਂ ਬੰਦਾ ਅਕਸਰ ਬੜੀਆਂ ਕਰ ਲੈਂਦਾ ਉਹਨਾਂ ਨੂੰ, ਉਹ ਮਾਇਆ ਵੀ ਹੈ, ਰੂਹਾਨੀ ਕੇਵਲ ਨਾਮ ਹੈ। ਨਾਮ ਵੀ ਅੰਦਰ ਤੇ ਅਗਰ ਪ੍ਰਗਟ ਹੋ ਜੇ ਤਦ। ਰੱਬ ਦਾ ਨਾਮ ਸਭ ਕੋਲ ਹੈ, ਉਹ ਚੀਜ਼ ਹੋਰ ਹੈ। ਪਰ ਜਿਹਨੂੰ ਨਾਮ ਬਖਸ਼ ਦੇਵੇ ਗੁਰੂ ਅੰਦਰੋਂ, ਫੁੱਟ ਪਵੇ, ਉਹ ਨਾਮ ਦੀ ਮਹਿਮਾ ਗੁਰਬਾਣੀ ਨੇ ਗਾਈ। ਸਾਧ ਸੰਗਤ ਜੀ, ਕੋਈ ਅਪਸ਼ਬਦ ਵਿਚਾਰ ਕਰਦਿਆਂ ਕਈ ਵਾਰ ਨਿਕਲ ਜਾਂਦਾ। ਆਪਾਂ ਕੇਵਲ ਗੁਰਮਤਿ ਨੂੰ ਪਰਨਾਏ ਹੋਏ ਹਾਂ, ਜੋ ਗੁਰਮਤਿ ਵਿੱਚ ਹੈ ਉਹੀ ਬਾਤ ਕਰਦੇ ਹਾਂ, ਦੂਜੀ ਨਹੀਂ ਕਰਨੀ ਕੋਈ ਵੀ। ਬਹੁਤ ਮੱਤ ਹੈ ਸੰਸਾਰ ਦੇ ਵਿੱਚ, ਸਾਰਿਆਂ ਨੂੰ ਸਾਰੇ ਮੁਬਾਰਕ ਹੈ। ਬੁੱਧ ਧਰਮ ਵਾਲਿਆਂ ਨੂੰ ਬੁੱਧ ਜੀ ਦਾ ਸੰਦੇਸ਼ ਮੁਬਾਰਕ, ਗੋਰਖ ਵਾਲਿਆਂ ਨੂੰ ਗੋਰਖ ਦਾ ਸੰਦੇਸ਼ ਮੁਬਾਰਕ, ਹੋਰ ਜਿਹੜੇ ਦੇਵੀ ਦੇਵਤੇ ਸਭ ਆਪਣੀ ਆਪਣੀ ਜਗ੍ਹਾ ਮੁਬਾਰਕ, ਉਹ ਵੀ ਉਹਦੇ ਹੁਕਮ ਵਿੱਚ ਹੈ, ਬਾਹਰ ਉਹ ਤਾਂ ਕੋਈ ਨਹੀਂ ਹੈ। ਸਾਨੂੰ ਅਨੁਸਰਨ ਕਰਨਾ ਹੈ ਗੁਰੂ ਜੀ ਦਾ ਔਰ ਭਗਤਾਂ ਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਰਾਜਮਾਨ ਹੈ। ਜੋ ਕੁਛ ਉਹਨਾਂ ਨੇ ਕਿਹਾ, ਜੇ ਉਹ ਕਹਿ ਰਹੇ ਹੈ ਵੀ 6 ਜਤੀ ਮਾਇਆ ਕੇ ਬੰਦਾ, ਫਿਰ ਅਸੀਂ ਕਿਵੇਂ ਦੂਜੇ ਪਾਸੇ ਨੂੰ ਮੰਨ ਲਈਏ? ਜੇ ਸਮਰਪਿਤ ਹੋਣਾ ਗੁਰਬਾਣੀ ਨੂੰ ਤਦ, ਜੇ ਸੰਤਗਿਰੀ ਵੱਲ ਦੀ ਕੋਈ ਬਾਤ ਪਾਉਣੀ ਹੈ ਤਾਂ, ਨਹੀਂ ਤਾਂ ਸੰਸਾਰੀ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ। ਸੰਸਾਰ ਕਰਦਾ ਹੀ ਹੈ, ਇਹ ਵੀ ਤਾਂ ਉਹਦੇ ਹੁਕਮ ਵਿੱਚ ਹੈ, ਬਾਹਰ ਤਾਂ ਕੁਛ ਨਹੀਂ ਹੈ। ਫੁੱਲ ਵੀ, ਕੰਡੇ ਵੀ, ਅੰਮ੍ਰਿਤ ਛਕਣ ਵਾਲੇ ਵੀ, ਸ਼ਰਾਬ ਪੀਣ ਵਾਲੇ, ਨਸ਼ਾ ਕਰਨ ਵਾਲੇ, ਸਭ ਉਹਦੇ ਹੁਕਮ ਵਿੱਚ ਹੀ ਤਾਂ ਹੈ, ਬਾਹਰ ਉਹ ਤਾਂ ਕੁਛ ਵੀ ਨਹੀਂ ਹੈ। ਲਾਏ ਹੋਏ ਆ ਉਹਨੇ ਆਪਣੀ ਆਪਣੀ ਜਗ੍ਹਾ। ਸੰਸਾਰ ਚੱਲਦਾ ਹੀ ਤਦੇ ਹੈ, ਇਹ ਉਹਦੀ ਖੇਡ ਚੱਲਦੀ ਉਹ ਤਾਂ ਹੀ ਹੈ ਪ੍ਰਪੰਚ, ਜੇ ਉਹਨੇ ਨੈਗੇਟਿਵ ਪੋਜ਼ੀਟਿਵ ਦੋਹੇ ਕਿਸਮ ਦੀਆਂ ਸ਼ਕਤੀਆਂ ਰੱਖੀਆਂ ਹੋਈਆਂ। ਸਾਧ ਸੰਗਤ ਜੀ ਦਿਓ ਆਗਿਆ, ਕੋਈ ਅਸੀਸ ਵੀ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।